ਕਿ ਬਘੇਲ ਸਿੰਘ ਹੋਰਾਂ ਦੇ ਵੱਲੋਂ ਤੁਹਾਡੇ ਉੱਤੇ ਬਹੁਤ ਸਾਰੇ ਦੋਸ਼ ਲਾਏ ਗਏ ਆ ਜੀ। ਉਹ ਵਾਰ-ਵਾਰ ਇੱਕੋ ਗੱਲ ਕਹਿੰਦੇ ਆ ਵੀ ਮੂਹਰੇ ਆ ਕੇ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੇਰਵਾ ਪਾ ਦਿਓ ਜੀ। ਸਾਨੂੰ ਭਾਵੇਂ ਵੇਰਵਾ ਨਾ ਦਿਓ ਜੀ। ਪਰ ਉਹ ਵੇਰਵਾ ਜਿਹੜਾ ਉਹ ਨਸ਼ਰ ਕਰ ਦਿਓ, ਲੋਕ ਆਪੇ ਮਿਲਾੜ ਕਰ ਲੈਣਗੇ। ਜਿਹੜੇ ਕਹਿੰਦੇ ਆ ਉਹਨਾਂ ਦਾ ਅਸੀਂ ਪ੍ਰੋਪਰ ਤਰੀਕੇ ਨਾਲ ਨਾਂ ਲੈ ਵੀ ਦਿੰਨੇ। ਮਤਲਬ ਹਾਲੇ ਵੀ ਤੁਸੀਂ ਕੋਈ ਟਾਈਮ ਪੱਕਾ ਨਹੀਂ ਦੱਸ ਰਹੇ ਕਿ ਕਦੋਂ ਤੱਕ ਅਸੀਂ ਆਸ ਰੱਖ ਸਕਦੇ 10 ਦਿਨ ਤੱਕ, ਹਫ਼ਤੇ ਤੱਕ, ਮਹੀਨੇ ਤੱਕ, ਕਦੋਂ ਤੱਕ? ਜਦੋਂ ਘਰ ਬਣ ਕੇ ਸਾਰੇ ਪ੍ਰੋਪਰ ਤਰੀਕੇ ਨਾਲ ਕਲੀਅਰ ਹੋ ਗਿਆ। ਬਘੇਲ ਸਿੰਘ ਹੋਰੀ ਤੁਹਾਡੇ ਉੱਤੇ ਲਗਾਤਾਰ ਸਵਾਲ ਕਰ ਰਹੇ ਆ ਜੀ। ਉਹਨਾਂ ਦੇ ਸਾਥੀ ਲਗਾਤਾਰ ਸਵਾਲ ਕਰ ਰਹੇ ਆ, ਜੀ। ਤੁਹਾਡੇ ਉੱਤੇ ਕਿਉਂ ਕਰ ਰਹੇ ਆ? ਉਹਨਾਂ ਦਾ ਮੇਨ ਜਿਹੜਾ ਪੁਆਇੰਟ ਇਹੀ ਆ ਕਿ ਦੇਖੋ ਪੈਸਾ NRIਆਂ ਦਾ ਤੇ ਜਿਹੜੀ ਸੇਵਾ ਜਿਹੜਾ ਨਾਮ ਆ ਉਹ ਪੁਲਿਸ ਦਾ ਹੋ ਰਿਹਾ। ਵੀ ਕਦੇ ਬਘੇਲ ਸਿੰਘ ਨੇ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਫੋਨ ਕਰਕੇ ਗੱਲ ਕੀਤੀ ਹੈ ਜਾਂ ਤੁਸੀਂ ਫੋਨ ਕੀਤਾ ਉਹਨਾਂ ਨੂੰ ਕਿ ਭਰਾਵਾ ਆਪਾਂ ਬੈਠ ਕੇ ਗੱਲਬਾਤ ਕਰ ਲੈਨੇ ਆ? ਨਹੀਂ ਬੈਠ ਕੇ ਤਾਂ ਗੱਲ, ਫੋਨ ਤੇ ਬੈਠ ਕੇ ਤਾਂ ਗੱਲ ਮੈਂ ਤਾਂ ਕਹਾਂ ਜੇ ਮੈਂ ਕਿਤੇ ਗਲਤ ਹੋਵਾਂ ਜਾਂ ਮੈਂ ਚੋਰ ਹਾਂ। ਜਦੋਂ ਤੁਹਾਨੂੰ ਸੋਸ਼ਲ ਮੀਡੀਆ ਤੇ ਗਾਲਾਂ ਪੈਂਦੀਆਂ, ਧੀਆਂ ਭੈਣਾਂ ਨੂੰ, ਮਾਵਾਂ ਨੂੰ ਵੀ ਤੁਹਾਡੇ ਕੋਲ ਨੂੰ ਪੁਣਿਆ ਜਾਂਦਾ, ਬੋਲਦੇ ਤਾਂ ਬੋਲ ਲੈਣ ਤੇ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਨਾ। ਇੱਕ ਆਡੀਓ ਕਲਿੱਪ ਵਾਇਰਲ ਹੋਈ ਜੀ, ਤੁਸੀਂ ਆਪਦੀ ਮਾਮੀ ਦੇ ਵੀ ਪੈਸੇ ਮਾਰ ਲਏ। ਚਲੋ ਉਹਨਾਂ ਨੇ ਤਾਂ ਬਹੁਤ ਕੁਝ ਬੋਲਤਾ ਮੇਰੇ ਖਿਲਾਫ, ਮੈਂ ਨਹੀਂ ਕੁਝ, ਮੈਂ ਇਹ ਕਹੂੰਗਾ ਕਿ ਚਲੋ ਜੇ ਉਹਨਾਂ ਕੋਲੇ ਕੁਝ ਸੀ ਤਾਂ ਉਹ ਕੋਰਟ ਦੇ ਵਿੱਚ ਕਿਉਂ ਨਹੀਂ ਗਏ। ਪਰ ਉਹ ਤਾਂ ਕਹਿ ਰਹੇ ਕੋਈ 33 ਲੱਖ ਦਾ, 34 ਲੱਖ ਦਾ, 35 ਲੱਖ ਦੇ ਜਿਹੜੇ ਚੈੱਕ ਨੇ ਉਹ ਬਾਉਂਸ ਹੋਏ ਨੇ, ਤੁਸੀਂ ਉਹਨਾਂ ਨੂੰ ਦਿੱਤੇ ਸੀ ਵੀ ਇਹ ਕਢਾ ਲਓ ਪੈਸੇ। ਜੇ ਬਾਉਂਸ ਹੋਏ ਤਾਂ ਮੈਮ ਸਾਡੇ ਤੇ ਕਾਰਵਾਈ ਕਿਉਂ? ਪੈਸੇ ਭੇਜਦੇ ਵਿਦੇਸ਼ਾਂ ਦੇ ਵਿੱਚੋਂ ਲੋਕ ਪੰਜਾਬੀ ਜੀ, ਹਮਦਰਦੀ ਦੇ ਨਾਂ ਦੇ ਉੱਤੇ, ਲੋੜਵੰਦਾਂ ਦੀ ਮਦਦ ਦੇ ਨਾਂ ਦੇ ਉੱਤੇ ਜੀ, ਸਰਦਾਰੀ ਤੁਸੀਂ ਬਣਾ ਲੈਂਦੇ ਆ ਜੀ। ਕਿ ਸਰਦਾਰੀ ਵਾਲੀ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ। ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ ਤੇ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਗੋਲਡੀ ਪੀਪੀ ਜੀ। ਸੋ ਇੱਕ ਵਾਰ ਫਿਰ ਤੋਂ ਵੀਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ। ਬਾਈ ਜੀ, ਅਸੀਂ ਪਿਛਲੀ ਕਿਸ਼ਤ ਦੇ ਵਿੱਚ ਗੱਲ ਕੀਤੀ ਸੀ ਜੀ ਬਈ ਤੁਹਾਡੇ ਉੱਤੇ ਦੋਸ਼ ਬਹੁਤ ਲੱਗੇ ਆ ਤੇ ਤੁਸੀਂ ਪੈਸੇ ਬੜੇ ਖਾਦੇ, ਤੁਸੀਂ ਕਿਹਾ ਵੀ ਨਹੀਂ ਖਾਦੇ। ਜੀ। ਹੁਣ ਇਹ ਦੱਸੋ ਇਸ ਕਿਸ਼ਤ ਦੇ ਵਿੱਚ ਕਿ ਬਘੇਲ ਸਿੰਘ ਹੋਰਾਂ ਦੇ ਵੱਲੋਂ ਤੁਹਾਡੇ ਉੱਤੇ ਬਹੁਤ ਸਾਰੇ ਦੋਸ਼ ਲਾਏ ਗਏ ਆ। ਜੀ। ਉਹ ਵਾਰ-ਵਾਰ ਇੱਕੋ ਗੱਲ ਕਹਿੰਦੇ ਆ ਵੀ ਮੂਹਰੇ ਆ ਕੇ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੇਰਵਾ ਪਾ ਦਿਓ, ਜੀ। ਸਾਨੂੰ ਭਾਵੇਂ ਵੇਰਵਾ ਨਾ ਦਿਓ ਪਰ ਉਹ ਵੇਰਵਾ ਜਿਹੜਾ ਉਹ ਨਸ਼ਰ ਕਰ ਦਿਓ, ਲੋਕ ਆਪੇ ਮਿਲਾੜ ਕਰ ਲੈਣਗੇ। ਜਦੋਂ ਵਿੱਚ ਨਾਂ ਆਊਗਾ ਮੁਖਤਿਆਰ ਸਿੰਘ ਦਾ, ਜਗੀਰ ਸਿੰਘ ਦਾ, ਕਿਸੇ ਹੋਰ ਦਾ, ਵੀ ਬੰਦਾ ਸੋਚੂਗਾ ਯਾਰ ਮੈਂ ਵੀ ਤਾਂ ਪੈਸੇ ਪਾਏ ਸੀ, ਗੁਰਦੇਵ ਸਿੰਘ ਵੀ ਇਹ ਸੋਚੂਗਾ ਵੀ ਮੇਰਾ ਨਾਮ ਵਿੱਚ ਹੈ ਨਹੀਂਗਾ। ਸੋ ਤੁਸੀਂ ਹਾਲੇ ਤੱਕ ਇਹ ਪਾਏ ਨਹੀਂ, ਹਿਸਾਬ ਦਿੱਤਾ ਨਹੀਂ। ਕਦੇ ਤੁਸੀਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਹਿਸਾਬ ਦੇਵਾਂਗੇ, ਕਦੇ ਤੁਸੀਂ ਕਿਹਾ ਹਫ਼ਤਾ ਠਹਿਰ ਕੇ ਦੇਵਾਂਗੇ, ਕਦੇ ਤੁਸੀਂ ਕਿਹਾ ਮਹੀਨਾ ਠਹਿਰ ਕੇ ਦੇਵਾਂਗੇ। ਇਹ ਦੇਣਾ ਕਦੋਂ ਆ ਹਿਸਾਬ? ਇਹ ਅਸੀਂ ਕਦੋਂ ਤੱਕ ਉਮੀਦ ਕਰੀਏ ਵੀ ਤੁਸੀਂ ਹਿਸਾਬ ਦੇ ਦਿਓਗੇ? ਜੀ ਬਿਲਕੁਲ। ਦੇਖੋ ਜੀ, ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਕਈ ਜਿਹੜੇ ਸਾਨੂੰ ਸੇਵਾ ਜਿਹੜੇ ਭੇਜਦੇ ਆ ਉਹ ਕਈ ਕਹਿ ਦਿੰਦੇ ਆ ਕਿ ਭਾਈ ਬਿਲਕੁਲ ਜਿਹੜਾ ਸਾਡਾ ਤੁਸੀਂ ਜਿਹੜਾ ਜ਼ਿਕਰ ਸੇਵਾ ਦੇ ਵਿੱਚ ਜਿਹੜਾ ਤੁਸੀਂ ਨਹੀਂ ਕਰਨਾ ਕਿ ਫਲਾਣੀ। ਸਾਰੇ ਤਾਂ ਨਹੀਂ ਕਹਿੰਦੇ ਹੋਣੇ ਨਾ, ਕੁਝ ਕਹਿ ਦਿੰਦੇ ਹੋਣੇ ਆ ਜਿਹੜਿਆਂ ਨੂੰ ਕੋਈ ਇਤਰਾਜ਼ ਨਹੀਂ ਹੋਣਾ। ਜਿਹੜੇ ਕਹਿੰਦੇ ਆ ਉਹਨਾਂ ਦਾ ਅਸੀਂ ਪ੍ਰੋਪਰ ਤਰੀਕੇ ਨਾਲ ਨਾਂ ਲੈ ਵੀ ਦਿੰਨੇ ਆ। ਜਿਹੜੇ ਕਹਿੰਦੇ ਨਾ ਕਿ ਕਈ ਹੁਣ ਸਾਨੂੰ ਕਹਿੰਦੇ ਨੇ ਕਿ ਭਾਜੀ ਅਸੀਂ 4-5 ਮੁੰਡਿਆਂ ਨੇ ਜਿਹੜਾ ਰਲ ਕੇ ਸੇਵਾ ਜਿਹੜੀ ਭੇਜੀ ਹੈ ਤੇ ਸਾਡੇ ਤੁਸੀਂ ਕੰਪਨੀ ਦਾ ਗਰੁੱਪ ਦਾ ਜਿਹੜਾ ਉਹ ਨਾਂ ਲੈ ਦੇ, ਤੇ ਉਹ ਗਰੁੱਪ ਦਾ ਮੈਂ ਜਿਹੜਾ ਨਾਂ ਲੈ ਵੀ ਦੇਣਾ ਕਿ ਭਾਜੀ ਆ ਜਿਹੜੇ ਸਾਡਾ ਦੁਬਈ ਦੇ ਵਿੱਚ ਸਾਡਾ ਗਰੁੱਪ ਆ ਜਾਂ ਕੈਨੇਡਾ ਦੇ ਵਿੱਚ ਆ ਸਾਡੇ ਵੀਰ ਨੇ ਜਿਹੜੇ ਟਰਾਲਾ ਚਲਾਉਂਦੇ ਆ, 5-7 ਮੁੰਡਿਆਂ ਨੇ ਜਿਹੜੀ ਰਲ ਕੇ ਜਿਹੜੀ ਇਹ ਸੇਵਾ ਕੀਤੀ ਹੈ, ਉਹਨਾਂ ਦਾ ਮੈਂ ਜਿਹੜਾ ਜ਼ਿਕਰ ਉਹ ਕਈ ਵੀਡੀਓ ਦੇ ਵਿੱਚ ਕਰ ਵੀ ਦੇਣਾ ਜੀ। ਤੇ ਬਾਕੀ ਜਿਹੜੀ ਰਹਿ ਗਈ ਗੱਲ ਹਿਸਾਬ ਦੀ, ਹਿਸਾਬ ਹੁਣ ਸਾਡੇ ਜਿਹੜੇ ਘਰ ਚੱਲ ਰਹੇ ਆ ਉਹ ਪ੍ਰੋਪਰ ਤਰੀਕੇ ਨਾਲ ਬਣਾ ਕੇ ਉਸ ਤੋਂ ਬਾਅਦ ਜਿਹੜਾ ਸਾਰਾ ਕੁਝ ਮੈਂ ਸੰਗਤ ਦੇ ਸਾਹਮਣੇ ਆਪਣੇ ਆਪ ਜਿਹੜਾ ਰੱਖ ਦੂੰਗਾ ਜੀ। ਮਤਲਬ ਹਾਲੇ ਵੀ ਤੁਸੀਂ ਕੋਈ ਟਾਈਮ ਪੱਕਾ ਨਹੀਂ ਦੱਸ ਰਹੇ ਕਿ ਕਦੋਂ ਤੱਕ ਅਸੀਂ ਆਸ ਰੱਖ ਸਕਦੇ ਹਾਂ? 10 ਦਿਨ ਤੱਕ, ਹਫ਼ਤੇ ਤੱਕ, ਮਹੀਨੇ ਤੱਕ, ਕਦੋਂ ਤੱਕ? ਜਦੋਂ ਘਰ ਬਣ ਕੇ ਸਾਰੇ ਪ੍ਰੋਪਰ ਤਰੀਕੇ ਨਾਲ ਕਲੀਅਰ ਹੋ ਗਿਆ ਉਸ ਤੋਂ ਬਾਅਦ ਮੈਂ ਜਿਹੜਾ ਸੰਗਤ ਦੇ ਸਾਹਮਣੇ। ਤੁਸੀਂ ਕਿਹਾ ਸੀਗਾ ਵੀ 30 ਘਰ ਬਣ ਚੁੱਕੇ ਆ ਤੇ ਹੋਰ ਕਿੰਨੇ ਬਣਾਉਣੇ ਆ? 20 ਹੋਰ ਬਣਾਉਣੇ। ਮਤਲਬ 20 ਘਰ ਬਣਾਉਣ ਦੇ ਉੱਤੇ ਹੋ ਸਕਦਾ 6 ਮਹੀਨੇ ਲੱਗ ਜਾਣ, ਫਿਰ ਹਿਸਾਬ ਦੇਵੋਗੇ? ਨਹੀਂ, ਜਦੋਂ ਮਤਲਬ ਜਦੋਂ ਕਲੀਅਰ ਹੋ ਗਿਆ ਨਾਲ ਜਿਹੜਾ ਸੰਗਤ ਦੇ ਸਾਹਮਣੇ ਸਾਰਾ ਕੁਝ ਰੱਖ ਦੇ। ਅੱਛਾ ਜੀ। ਬਾਕੀ ਦੇਖੋ ਇਹ ਇਹਨਾਂ ਦਾ ਕੀ ਹੈ ਵੀ ਸਾਡੇ ਕੋਲੇ ਆ ਵਾ, ਮੈਂ ਹੁਣ ਜੇ ਅੱਜ ਵੀ ਜੇ ਮੈਂ ਸੰਗਤ ਨੂੰ ਦੱਸ ਜੇ ਮੈਂ ਅੱਜ ਵੀ ਇਹਨਾਂ ਨੂੰ ਹਿਸਾਬ ਦੇਤਾ, ਯਕੀਨ ਇਹਨਾਂ ਨੂੰ ਫਿਰ ਨਹੀਂ ਆਉਣਾ ਹੈਗਾ। ਯਕੀਨ ਫਿਰ ਵੀ ਇਹਨਾਂ ਨੇ ਉਹ ਚੋਂ ਗੱਲਾਂ ਕੱਢ ਕੇ ਹੁਣ ਜਿਹੜੀ ਤੁਸੀਂ ਅੱਜ ਆਪਾਂ ਇੰਟਰਵਿਊ ਇਹਦੇ ਵਿੱਚ ਉਹਨਾਂ ਨੇ ਬਹੁਤ ਕੁਝ ਨੈਗੇਟਿਵ ਮੇਰੇ ਖਿਲਾਫ ਬਹੁਤ ਕੁਝ ਬੋਲ ਦੇਣਾ। ਇਸ ਤੋਂ ਬੈਟਰ ਹੈ ਕਿ ਆਪਣਾ ਇਹ ਜੇ ਚੁੱਪ ਰਹੋ। ਤੁਹਾਡਾ ਬਘੇਲ ਸਿੰਘ ਦੇ ਨਾਲ ਕੋਈ ਵਿਵਾਦ ਆ? ਜੀ। ਬਘੇਲ ਸਿੰਘ ਹੋਰੀ ਤੁਹਾਡੇ ਉੱਤੇ ਲਗਾਤਾਰ ਸਵਾਲ ਕਰ ਰਹੇ ਆ, ਉਹਨਾਂ ਦੇ ਸਾਥੀ ਲਗਾਤਾਰ ਸਵਾਲ ਕਰ ਰਹੇ ਆ, ਤੁਹਾਡੇ ਉੱਤੇ ਕਿਉਂ ਕਰ ਰਹੇ ਆ? ਨਹੀਂ ਦੇਖੋ, ਮੇਰੇ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਜੀ ਉਹਨਾਂ ਨੇ ਮੈਨੂੰ ਕਿਉਂ ਟਾਰਗੇਟ ਕੀਤਾ। ਮੈਨੂੰ ਜਿੱਥੇ ਤੱਕ ਲੱਗਦਾ ਜਾਣਨਾ ਚਾਹੁੰਦੇ ਆ, ਉਹ ਕਹਿੰਦੇ ਵੀ ਅਸੀਂ ਬਿਲਕੁਲ ਸੱਚਾਈ ਜਾਣਨੀ ਚਾਹੁੰਦੇ ਆ ਤਾਂ ਜੋ ਸਮਾਜ ਸੇਵੀਆਂ ਤੋਂ ਲੋਕਾਂ ਦਾ ਭਰੋਸਾ ਨਾ ਉੱਠੇ,
ਪਰ ਸਵਾਲ ਕਰਨੇ ਤਾਂ ਵਾਜਬ ਆ, ਗੈਰ ਵਾਜਬ ਨਹੀਂ ਆ ਜੀ। ਬਿਲਕੁਲ, ਜਿਹੜਾ ਉਹਨਾਂ ਦਾ ਮੇਨ ਟਾਰਗੇਟ ਜਿਹੜਾ ਕੀਤਾ ਗਿਆ ਉਹ ਜਿਹੜਾ ਯੂਨੀਫਾਰਮ ਨੂੰ ਲੈ ਕੇ, ਮੇਰੀ ਵਰਦੀ ਨੂੰ ਲੈ ਕੇ ਕੀਤਾ ਗਿਆ ਕਿ ਇਹ ਵਰਦੀ ਪਾ ਕੇ ਜਿਹੜਾ ਸੇਵਾ ਨਹੀਂ ਕਰ ਸਕਦਾ। ਵੀ ਇਹ ਉਹਨਾਂ ਦਾ ਮੇਨ ਜਿਹੜਾ ਪੁਆਇੰਟ ਇਹੀ ਆ ਕਿ ਦੇਖੋ ਪੈਸਾ NRIਆਂ ਦਾ ਤੇ ਜਿਹੜੀ ਸੇਵਾ ਜਿਹੜਾ ਨਾਮ ਆ ਉਹ ਪੁਲਿਸ ਦਾ ਹੋ ਰਿਹਾ। ਇਹਨਾਂ ਨੇ ਮੇਰੀ ਸੇਵਾ ਨੂੰ ਦੇ ਨਾਲ ਮੇਰਾ ਵਰਦੀ ਇਹਨਾਂ ਨੇ ਕੰਪੈਰੀਜ਼ਨ ਕਰ ਦਿੱਤਾ। ਪਰ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੇਰੀ ਜਿਹੜੀ ਵਰਦੀ ਦੇ ਨਾਲ ਮੇਰੀ ਸੇਵਾ ਦਾ ਨਾ ਤੁਸੀਂ ਕਰੋ ਕੰਪੈਰੀਜ਼ਨ, ਠੀਕ ਹੈ ਨਾ। ਜਿਹੜੀ ਮੇਰੀ ਸੇਵਾ ਉਹ ਮੇਰੀ ਦਿਲੋਂ ਆ ਜੀ। ਹੁਣ ਜਿਹੜੀ ਮੈਂ ਵਰਦੀ ਪਾ ਕੇ ਜਾਣਾ ਇਹਦੇ ਵਿੱਚ ਕੋਈ ਗਲਤ ਤਾਂ ਨਹੀਂ ਹੈ ਵੀਰ ਜੀ। ਜੀ ਪਰ ਵੀਰ ਜੀ ਲੋਕ ਤਾਂ ਇਹ ਵੀ ਕਹਿ ਰਹੇ ਨੇ, ਇੱਕ ਸਾਈਡ ਤੇ ਦੇਖੋ, ਇੱਕ ਸਾਈਡ ਤੇ ਕੋਈ ਸੜਕ ਦੇ ਉੱਤੇ ਬੰਦਾ ਪਿਆ ਤੜਫਣ ਦੇ, ਹੁਣ ਮੈਂ ਪਹਿਲਾਂ ਭੱਜ ਕੇ ਜਾ ਕੇ ਵਰਦੀ ਲਾਉਂਗਾ ਕਿ ਪਹਿਲਾਂ ਉਹਨੂੰ ਚੱਕ ਕੇ ਚੱਕੂਗਾ ਜੀ। ਪਰ ਲੋਕ ਤਾਂ ਇਹ ਵੀ ਕਹਿ ਰਹੇ ਨੇ ਵੀਰ ਜੀ ਵੀ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੇ ਆਪਣੀ ਜਿਹੜੀ ਛਵੀ ਜਿਹੜੀ ਕਿ ਇਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਵਿਗੜੀ ਹੋਈ ਹੈ, ਉਹਨੂੰ ਸੁਧਾਰਨ ਦੇ ਲਈ ਵੀ ਇਹ ਸਾਰਾ ਕੁਝ ਕੀਤਾ, ਵੀ ਤੁਹਾਨੂੰ ਮੋਹਰੇ ਕਰਤਾ ਵੀ ਨਹੀਂ ਭਾਈ ਸਮਾਜ ਸੇਵੀ ਵੀ ਹੈਗੇ ਨੇ ਪੰਜਾਬ ਪੁਲਿਸ ਦੇ ਵਿੱਚ, ਪੰਜਾਬ ਪੁਲਿਸ ਚੰਗਾ ਕੰਮ ਵੀ ਕਰਦੀ ਹੈ। ਨਹੀਂ, ਇਹ ਤਾਂ ਬਿਲਕੁਲ ਜਿਹੜੀ ਸਰਾਸਰ ਗਲਤ ਗੱਲ ਹੈ, ਇਦਾਂ ਦਾ ਕੁਝ ਵੀ ਨਹੀਂ ਆ। ਮੈਂ ਸੰਗਤ ਨੂੰ ਦੱਸ ਦਿੰਦਾ ਕਿ ਪੁਲਿਸ ਸ਼ੁਰੂ ਤੋਂ ਹੀ ਇਦਾਂ ਦੇ ਜਿਹੜੇ ਕਾਰਜ ਕਈ ਚੰਗੇ ਕਰਦੀ ਆਈ ਆ, ਪਰ ਉਦੋਂ ਕਦੇ ਅਸੀਂ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਮਹਿਕਮੇ ਸਾਡੇ ਨੇ ਕਦੇ ਜਿਹੜਾ ਨਹੀਂ ਕੀਤਾ ਸੀ। ਇਸੇ ਕਰਕੇ ਹੁਣ ਤੁਸੀਂ ਦੇਖੋ ਕਿ ਸਾਡੇ ਆਲ ਪੰਜਾਬ ਦੇ ਵਿੱਚ ਸਾਡੇ ਮਾਨਯੋਗ DGP ਸਾਹਿਬ ਦਿਨਕਰ ਗੁਪਤਾ ਜੀ ਨੇ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਫੇਸਬੁੱਕ ਉੱਤੇ ਜਿਹੜੇ ਅਕਾਊਂਟ ਬਣਾ ਕੇ ਦਿੱਤੇ ਹੋਏ ਆ। ਲੁਧਿਆਣਾ ਪੁਲਿਸ ਕਮਿਸ਼ਨਰੇਟ, ਪਟਿਆਲਾ ਪੁਲਿਸ, ਇਦਾਂ ਸਾਰੇ ਸਾਡੇ ਚੈਨਲ ਜਿਹੜੇ ਬਣੇ ਹੋਏ ਨੇ, ਪੇਜ ਜਿਹੜੇ ਸਾਡੇ ਬਣੇ ਹੋਏ, ਤਾਂ ਜੋ ਜਿਹੜੀ ਵੀ ਅਸੀਂ ਕੋਈ ਗੱਲ ਕਰਦੇ ਹਾਂ ਜਾਂ ਕੋਈ ਚੰਗਾ ਕੰਮ ਕਰਦੇ ਹਾਂ ਉਹ ਜਨਤਾ ਨੂੰ ਜਿਹੜਾ ਦਿਖਾਇਆ ਜਾਵੇ। ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ, ਸਾਡੀਆਂ ਜਿਵੇਂ ਕੋਈ ਨੈਗੇਟਿਵਿਟੀ ਵਾਲੇ ਵੀਡੀਓ ਜਿਹੜੀਆਂ ਉਹ ਜ਼ਿਆਦਾ ਆਉਂਦੀਆਂ ਸੀਗੀਆਂ, ਪਰ ਇਹਨਾਂ ਲੋਕਾਂ ਨੂੰ ਇਹ ਹੋਗਾ ਕਿ ਇਹ ਪੁਲਿਸ ਦੀਆਂ ਵੀਡੀਓ ਜਿਹੜੀ ਗਲਤੀ ਆਉਣ, ਕੋਈ ਚੰਗੀ ਵੀਡੀਓ ਜਿਹੜੀ ਪੁਲਿਸ ਦੀ ਜਿਹੜੀ ਉਹ ਸਾਹਮਣੇ ਨਹੀਂ। ਪਰ ਪੁਲਿਸ ਦੇ ਚੰਗੇ ਕੰਮ ਘੱਟ ਬਹੁਤ ਸਾਹਮਣੇ ਆਉਂਦੇ ਨਾ। ਨਾਕਿਆਂ ਦੇ ਉੱਤੇ ਪੁਲਿਸ ਨੂੰ ਅਸੀਂ ਪੈਸੇ ਲੈਂਦੇ ਵੇਨੇ ਆ, ਥਾਣਿਆਂ ਦੇ ਵਿੱਚ ਅਸੀਂ ਚੌਂਕੀਆਂ 'ਚ ਪੈਸੇ ਲੈਂਦੇ ਵੇਨੇ ਆ, ਮਾਤੜ ਬੰਦੇ ਦੇ ਉੱਤੇ ਪਟਾ ਫੇਰਦੇ ਵੇਨੇ ਆ, ਸਲਾਮ ਮਾਰਦੇ ਵੇਨੇ ਜਿਹੜਾ ਬੰਦਾ ਸਰਦਾ ਪੁੱਜਦਾ। ਸੋ ਜਦੋਂ ਪੁਲਿਸ ਦਾ ਇਹੋ ਜਿਹਾ ਕਿਰਦਾਰ ਬਣਿਆ ਹੋਵੇ, ਅਕਸ ਬਣਿਆ ਹੋਵੇ, ਉਦੋਂ ਪੁਲਿਸ ਪੈਸੇ ਵੀ ਵੱਢਦੀ ਹੋਵੇ। ਹੁਣ ਮੈਂ ਤੁਹਾਨੂੰ ਭਾਜੀ ਦੱਸ ਦੇਣਾ ਚਾਹੁੰਦਾ, ਦੇਖੋ ਜਿਹੜੇ ਇਹ ਕਹਿੰਦੇ ਕਿ ਡੰਡੇ ਮਾਰਦੇ ਤੁਸੀਂ ਕਹਿੰਦੇ ਹੋ, ਜਦੋਂ ਕੋਈ ਘਰ ਦੇ ਵਿੱਚ ਕੋਈ ਬੱਚਾ ਕੰਮ ਕਰਦਾ, ਗਲਤ ਕੰਮ ਕਰਦਾ, ਕੋਈ ਸ਼ਰਤ, ਮਾਂ ਪਿਓ ਨਹੀਂ ਉਹਨੂੰ ਘੂਰਦਾ, ਭਰਾ ਨਹੀਂ ਉਹਨੂੰ ਮਾਰਦਾ ਵੀ ਭਾਈ ਤੂੰ ਗਲਤ ਆ ਇੱਥੇ, ਉਸ ਚੀਜ਼ ਦਾ ਕਦੇ ਆਪਾਂ ਗੁੱਸਾ ਕੀਤਾ ਨਹੀਂ ਕਰਦੇ ਕਿਉਂਕਿ ਆਪਣੇ। ਪਰ ਜਦੋਂ ਅਸੀਂ ਕਿਤੇ ਉਹਨਾਂ ਨੂੰ ਉਹਨਾਂ ਦੇ ਫਾਇਦੇ ਲਈ, ਹੁਣ ਕਰੋਨਾ ਦੇ ਵਿੱਚ ਇਹਨਾਂ ਨੇ ਬੜਾ ਵਿਵਾਦ ਚੱਕਿਆ ਸੀਗਾ ਕਿ ਪੁਲਿਸ ਨੇ ਕੁੱਟਿਆ, ਮਾਰਿਆ, ਏਦਾਂ ਕੀਤਾ, ਉੱਦਾਂ, ਪਰ ਉਹ ਉਹਨਾਂ ਦੇ ਭਲੇ ਲਈ ਹੀ ਪੁਲਿਸ ਨੇ ਉਹਨਾਂ ਨੂੰ ਜੇ ਕੋਈ ਮਾੜਾ ਚੰਗਾ ਬੋਲਿਆ ਸੀ ਤਾਂ ਉਹਨਾਂ ਦੇ ਭਲੇ ਲਈ ਉਹਨਾਂ ਨੂੰ ਕਿਹਾ ਸੀਗਾ ਕਿ ਭਾਈ ਬਿਮਾਰੀ ਫੈਲੀ ਹੋਈ ਆ, ਕਦੇ ਘਰੇ ਲੈ ਕੇ ਜਾਓਗੇ, ਆਪਣੇ ਪਰਿਵਾਰ ਨੂੰ ਨੁਕਸਾਨ ਪਹੁੰਚਾਓਗੇ। ਜੇ ਉਹਨਾਂ ਨੂੰ ਮਾੜਾ ਮੋਟਾ ਘੂਰਿਆ ਗਿਆ ਤਾਂ ਉਹਨਾਂ ਦੇ ਫਾਇਦੇ ਲਈ ਘੂਰਿਆ ਗਿਆ। ਦੇਖੋ ਅਸੀਂ ਵੀ ਪੰਜਾਬੀ ਆ, ਸਾਡੇ ਤੁਸੀਂ ਭੈਣ ਭਰਾ ਹੋ, ਠੀਕ ਹੈ ਨਾ। ਤੇ ਜੇ ਅਸੀਂ ਤੁਹਾਨੂੰ ਜੇ ਮਾੜਾ ਚੰਗਾ ਜੇ ਕੁਛ ਉੱਦਾਂ ਪਿਆਰ ਨਾਲ ਕਹਿ ਹੀ ਦਿੱਤਾ ਜਾਂ ਤੁਹਾਨੂੰ ਕਿਤੇ ਦਬਕਾ ਮਾਰਤਾ, ਤੇ ਇਸ ਚੀਜ਼ ਦਾ ਤੁਸੀਂ ਗਲਤ ਪਾਸੇ ਨਾਲ ਲੈ ਕੇ ਜਾਇਆ ਕਰੋ, ਪੋਜ਼ਿਟਿਵ ਸੋਚਿਆ ਕਰੋ, ਚੰਗਾ ਸੋਚਿਆ ਕਰੋ। ਹੁਣ ਮੈਂ ਬੇਨਤੀਆਂ ਕਰਦਾ ਰਹਿਣਾ ਜੀ। ਮੈਂ ਇੱਕ ਪਿੱਛੇ ਜੇ ਵੀਡੀਓ ਦੇਖੀ ਸੀਗੀ ਕਿ ਬੰਦਾ ਬਾਈਕ ਤੇ ਜਾ ਰਿਹਾ, ਉਹ ਡਿੱਗਦਾ, ਉਹਦੇ ਉੱਪਰ ਦੀ ਗੱਡੀ ਨਿੱਘ ਜਾਂਦੀ ਹੈ, ਪਰ ਉਹ ਹੈਲਮਟ ਪਾਉਣ ਕਰਕੇ ਉਹਦਾ ਜਿਹੜਾ ਬਚਾਅ ਹੋ ਜਾਂਦਾ। ਹੁਣ ਅਸੀਂ ਇੱਥੇ ਚਲਾਨ ਕਰਦੇ ਹਾਂ ਹੈਲਮਟ ਦੇ ਉੱਤੇ, ਪੁਲਿਸ ਚਲਾਨ ਕਰਦੀ ਆ, ਫਿਰ ਉਹ ਲੋਕ ਉਹ ਭਲੇ ਲਈ ਅਸੀਂ ਤਾਂ ਕਰ ਰਹੇ ਹਾਂ ਨਾ ਉਹਨਾਂ ਦੇ। ਜੇ ਉਹਨਾਂ ਨੂੰ ਘੂਰਦੇ ਆ ਤਾਂ ਉਹਨਾਂ ਭਲੇ ਲਈ ਆ ਕਿ ਭਾਈ ਤੁਹਾਡਾ ਭੈਣ ਭਰਾ, ਤੁਹਾਡੇ ਬੱਚੇ ਕੋਈ ਮਗਰ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਭਾਈ ਹੈਲਮਟ ਪਾ ਕੇ ਰੱਖੋ। ਉਸ ਤੋਂ ਬਾਅਦ ਦੂਜੀ ਗੱਲ ਇਹ ਆ, ਰੋਕਣਗੇ, ਹੁਣ ਆ ਲਓ ਚੱਕੋ ਜੀ, ਮੇਰਾ ਐਡੀ ਪਹੁੰਚ ਆ, ਮੇਰੀ ਇੱਥੇ ਪਹੁੰਚ ਆ। ਉਹ ਭਾਈ ਜੇ ਤੇਰੀ ਐਡੀ ਪਹੁੰਚ ਆ, ਤੂੰ ਪਹੁੰਚ ਦੇ ਸਿਰ ਤੇ ਆਪਣੇ ਕਾਗਜ਼ ਕਿਉਂ ਨਹੀਂ ਪੂਰੇ ਕਰ ਲੈਂਦਾ ਜੀ? ਫਿਰ ਠੀਕ ਹੈ ਨਾ। ਫਿਰ ਜੇ ਤੂੰ ਕਹਿੰਦਾ ਕਿ ਮੈਂ ਪੁਲਿਸ ਪੈਸੇ ਲੈਂਦੀ ਆ, ਉਹ ਤੂੰ ਫਿਰ ਪੈਸੇ ਦਿੱਤੇ ਕਿਉਂ? ਜੇ ਤੂੰ ਤੇਰੇ ਚ ਕਮੀ ਆ, ਤੂੰ ਤੇਰੇ ਕੋਲ ਨਹੀਂ ਕਾਗਜ਼, ਚੋਰ ਆ ਤੂੰ, ਫੇਰ ਤੂੰ ਦੇਣਾ। ਜੇ ਤੂੰ ਆਪਣੇ ਆਪ ਚ ਕਾਬਲੀਅਤ ਆ, ਹਾਂ ਵੀ ਠੀਕ ਆ, ਵੀ ਮੇਰੇ ਤੂੰ ਨਾ ਦੇ, ਆਪਣਾ ਚਲਾਨ ਕਰ, ਕਹਿ ਦੇ ਭਾਈ ਸਰ ਵੀ ਮੇਰੇ ਕੋਲ ਗਲਤੀ ਹੋਈ ਆ, ਮੈਂ ਹੈਲਮਟ ਨਹੀਂ ਪਾਇਆ, ਮੇਰੇ ਕੋਲ ਗਲਤੀ ਹੋ ਗਈ, ਤੁਸੀਂ ਮੇਰਾ ਚਲਾਨ ਕਰ ਦਿਓ। ਨਹੀਂ ਪਰ ਵੀਰ ਜੀ ਦੇਖੋ, ਇਹ ਗੱਲ ਤਾਂ ਮੰਨਣੀ ਪਏਗੀ, ਤੁਸੀਂ ਚਲੋ ਮੁਲਾਜ਼ਮ ਹੋ, ਪਰ ਜੋ ਹਕੀਕਤ ਹੈ ਉਹ ਤਾਂ ਇਹੀ ਹੈ ਕਿ ਸਾਰਾ ਮਹਿਕਮਾ ਮਾੜਾ ਨਹੀਂ, ਪਰ ਸਾਰਾ ਚੰਗਾ ਵੀ ਨਹੀਂ ਆ। ਬਹੁਤ ਸਾਰੀਆਂ ਵੀਡੀਓਜ਼ ਅੱਜ ਸੋਸ਼ਲ ਮੀਡੀਆ ਦੇ ਦੌਰ ਦੀ ਤੁਸੀਂ ਗੱਲ ਕੀਤੀ ਆ, ਉਹ ਸਾਹਮਣੇ ਆਉਂਦੀਆਂ ਨੇ ਜਿਹਦੇ ਵਿੱਚ ਨਾਜਾਇਜ਼ ਵੀ ਹੁੰਦਾ ਹੈ, ਜਿੱਥੇ ਬੰਦਾ ਦੋਸ਼ੀ ਨਹੀਂ ਹੁੰਦਾ। ਕਿਸੇ ਵੀ ਦੇਸ਼ ਦੀ ਪੁਲਿਸ ਐਵੇਂ ਨਹੀਂ ਕੁੱਟਦੀ ਜਿਵੇਂ ਕਿ ਪੰਜਾਬ ਦੀ ਪੁਲਿਸ ਕੁੱਟਦੀ ਆ। ਬਾਹਰ ਥਾਣੇ ਦੇ ਲਿਖਿਆ, ਪੰਜਾਬ ਪੁਲਿਸ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ, ਤੇ ਅੰਦਰ ਵਚਨਬੱਧਤਾ ਕਿਹੋ ਜਿਹੀ ਚੱਲਦੀ ਹੈ। ਬਿਲਕੁਲ, ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਹਦੇ ਵਿੱਚ ਪੁਲਿਸ ਆਪ ਚਿੱਟੇ ਦਾ ਸੇਵਨ ਕਰ ਰਹੀ ਹੈ, ਨਸ਼ਾ ਕਰ ਰਹੀ ਹੈ, ਤੇ ਲੋਕਾਂ ਨੂੰ ਰੋਕ ਰਹੀ ਹੈ ਨਸ਼ਾ ਨਹੀਂ ਕਰਨਾ। 3 ਜਣੇ ਮੋਟਰਸਾਈਕਲ ਤੇ ਬੈਠ ਕੇ ਪੁਲਿਸ ਵਾਲੇ ਵੀ ਜਾਂਦੇ ਆ। ਤੁਹਾਨੂੰ ਵੀਰ ਜੀ ਮੈਂ ਤੁਹਾਨੂੰ ਹੁਣ ਦੱਸ ਦੇਣਾ ਚਾਹੁੰਦਾ ਬੇਨਤੀ ਇੱਥੇ ਕਿ ਜਿਹੜਾ ਸੋਸ਼ਲ ਮੀਡੀਆ ਨਾ,
ਜਿਹੜੀਆਂ ਫਿਲਮਾਂ ਨੇ ਜਾਂ ਗਾਣਿਆਂ ਨੇ ਇਸ ਚੀਜ਼ ਨੇ ਜਿਹੜਾ ਸਭ ਤੋਂ ਜ਼ਿਆਦਾ ਸਾਨੂੰ ਜਿਹੜਾ ਬਦਨਾਮ ਕਰਕੇ ਰੱਖ ਦਿੱਤਾ ਵਾ। ਹੁਣ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਹੋ ਕਿ ਜਦੋਂ ਫਿਲਮ ਦਾ ਸ਼ੂਟ ਹੋ ਰਿਹਾ ਹੁੰਦਾ ਉਹਦੇ ਵਿੱਚ ਉਹਨਾਂ ਨੇ ਵਰਦੀ ਪਾਈ ਹੁੰਦੀ ਪੰਜਾਬ ਪੁਲਿਸ ਦੀ, ਪਰ ਉਹ ਕਰਦੇ ਕੀ ਹੁੰਦੇ? ਨਸ਼ਾ। ਪਰ ਉਹ ਨਸ਼ੇ ਦੇ ਉੱਤੇ ਜਿਹੜੀ ਉਹ ਫਿਲਮ ਬਣ ਰਹੀ ਹੁੰਦੀ ਹੈ, ਇੱਕ ਫਿਲਮ ਬਣ ਰਹੀ ਹੈ ਕਿ ਸੇਵਨ ਨਹੀਂ ਕਰਨਾ, ਪਰ ਉਸ ਚੀਜ਼ ਨੂੰ ਇਹ ਤੋੜ ਮਰੋੜ ਕੇ ਜਿਹੜਾ ਪੁਲਿਸ ਦਾ ਅਕਸ ਚਲੋ ਮੈਂ ਮੰਨ ਸਕਦਾ ਵੀ ਇਹ ਤੁਹਾਡੀਆਂ ਮਜਬੂਰੀਆਂ ਵੀ ਤੁਸੀਂ ਸਪਸ਼ਟ ਗੱਲ ਨਹੀਂ ਕਹਿ ਸਕਦੇ, ਤੁਸੀਂ ਆਪ ਇਸ ਮਹਿਕਮੇ ਦੇ ਵਿੱਚ ਆ, ਪਰ ਪੁਲਿਸ ਵਾਲਿਆਂ ਦੇ ਬਹੁਤ ਸਾਰੇ ਕਿੱਸੇ ਸਾਹਮਣੇ ਆਉਂਦੇ ਆ ਜਿਹੜੇ ਕਿ ਚੰਗੇ ਤੋਂ ਉਲਟ ਹੁੰਦੇ ਆ, ਤੇ ਕਾਸ਼ ਸਾਰੀ ਪੁਲਿਸ ਚੰਗੀ ਹੋਵੇ ਤੇ ਵਰਦੀ ਦਾਗਦਾਰ ਨਾ ਹੋਵੇ, ਤੇ ਅਸੀਂ ਇਹਦੀ ਕਾਮਨਾ ਕਰਦੇ ਆ ਕਿਉਂਕਿ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ ਤਨਖਾਹਾਂ ਜਾਂਦੀਆਂ। ਬਸ ਇੰਨੀ ਬੇਨਤੀ ਹੈ। ਪਰ ਇਹ ਦੱਸੋ ਮੈਨੂੰ ਵੀ ਕਦੇ ਬਘੇਲ ਸਿੰਘ ਨੇ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਫੋਨ ਕਰਕੇ ਗੱਲ ਕੀਤੀ ਆ, ਜਾਂ ਤੁਸੀਂ ਫੋਨ ਕੀਤਾ ਉਹਨਾਂ ਨੂੰ ਵੀ ਭਰਾਵਾ ਆਪਾਂ ਬੈਠ ਕੇ ਗੱਲਬਾਤ ਕਰ ਲੈਨੇ ਆ? ਨਹੀਂ ਬੈਠ ਕੇ ਤਾਂ ਗੱਲ ਫੋਨ ਤੇ ਬੈਠ ਕੇ ਤਾਂ ਗੱਲ ਮੈਂ ਤਾਂ ਕਹਾਂ ਜੇ ਮੈਂ ਕਿਤੇ ਗਲਤ ਹੋਵਾਂ ਜਾਂ ਮੈਂ ਚੋਰ ਹੋਵਾਂ, ਫਿਰ ਤਾਂ ਉਹਨੂੰ ਕਹਾਂ ਕਿ ਆ ਜਾ ਭਰਾਵਾ ਮੇਰੇ ਨਾਲ ਤੂੰ ਦੱਸ। ਜਿਹੜੀ ਅਸੀਂ ਤਾਂ ਮੈਂ ਤਾਂ ਹੁਣ ਵੀ ਬੇਨਤੀ ਕਰਦਾ ਕਿ ਜੇ ਕਿਤੇ ਹੁਣ ਇਨਸਾਨ ਗਲਤੀਆਂ ਦਾ ਪੁਤਲਾ, ਜੇ ਉਹਦੇ ਕੋਲ ਕਿਤੇ ਵੀ ਕੋਈ ਸਬੂਤ ਹੈ ਤਾਂ ਉਹ ਮੈਨੂੰ ਕਹਿ ਦੇ ਕਿ ਭਾਈ ਗੋਲਡੀ ਆ ਲੈ ਫੜ ਆ ਤੇਰਾ ਗਲਤ, ਤੇ ਉੱਥੇ ਮੈਂ ਕਹਿ ਦੂੰਗਾ ਕਿ ਭਾਈ ਹਾਂ ਵੀ ਮੇਰੇ ਕੋਲ ਗਲਤੀ ਹੋ ਗਈ ਬਘੇਲ ਭਾਜੀ, ਵੀ ਯਾਰ ਮੈਂ ਇੱਥੇ ਗਲਤ ਸੀਗਾ, ਮੈਂ ਤੁਹਾਡਾ ਭਰਾ ਵਾਂ, ਮੈਂ ਅੱਗੇ ਤੋਂ ਨਹੀਂ ਕਰੂੰਗਾ। ਪਰ ਇਹ ਤਾਂ ਮਸਲਾ ਹੈ ਹੀ ਨਹੀਂ ਨਾ, ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਇਹ ਤਾਂ ਮਸਲਾ ਹੀ ਹੈ ਨਹੀਂਗਾ ਇਸ ਚੀਜ਼ ਤੇ। ਜੇ ਕੁਛ ਹੈ ਤਾਂ ਮੈਂ ਐਡਾ ਤਾਂ ਕੋਈ ਮੈਂ ਕ੍ਰਾਈਮ ਨਹੀਂ ਕੀਤਾ, ਜੇ ਕਿਸੇ ਦਾ ਕਤਲ ਕੀਤਾ ਜਾਂ ਐਡਾ ਕੋਈ ਗੁਨਾਹ ਵੀ ਨਹੀਂ ਮੈਂ ਕੀਤਾ, ਸੇਵਾ ਹੀ ਕੀਤੀ ਹੈ ਨਾ। ਜੇ ਕਿਤੇ ਉਹਨਾਂ ਨੂੰ ਲੱਗਦਾ ਕਿ ਗਲਤ ਆ ਤਾਂ ਮੈਨੂੰ ਦੱਸ ਦੇਣ ਕਿ ਗੋਲਡੀ ਯਾਰ ਤੂੰ ਇੱਥੇ ਗਲਤ ਆ, ਤੇ ਮੈਂ ਉਹਨੂੰ ਕਹਿ ਦੂੰਗਾ ਕਿ ਹਾਂ ਭਾਜੀ ਬਘੇਲ ਭਾਜੀ ਯਾਰ ਮੈਂ। ਤੁਹਾਡੀ ਚੁੱਪ ਤੁਹਾਨੂੰ ਗਲਤ ਸਾਬਤ ਕਰ ਰਹੀ ਹੈ ਨਾ, ਵੀ ਤੁਸੀਂ ਉੱਤਰ ਹੀ ਨਹੀਂ ਦਿੰਦੇ, ਉਹ ਕਹਿੰਦੇ ਮਤਲਬ ਗਲਤ ਆ। ਹਾਂ ਦੇਖੋ ਚੁੱਪ ਇਹ ਹੈ ਕਿ ਮੈਂ ਕਹਿੰਦਾ ਕਿ ਜਦੋਂ ਮੈਂ ਗਲਤੀ ਨਹੀਂਗਾ ਤੇ ਫਿਰ ਆਪੇ ਬੋਲ ਕੇ ਹਟ ਜਾਣਗੇ, ਕਿੰਨਾ ਕੁ ਬੋਲ ਲੈਣਗੇ। ਜੇ ਮੈਂ ਕੁਛ ਬੋਲਦਾ ਵਾਂ ਤੇ ਮੇਰੇ ਉਹ ਗੱਲਾਂ ਦੇ ਵਿੱਚੋਂ ਹੀ ਸਵਾਲ ਕੱਢ ਕੇ ਤੇ ਅੱਗੇ ਜਿਹੜਾ ਹੋਰ ਪੇਸ਼ ਕਰ ਦਿੰਦੇ, ਗਾਂ ਦੀ ਗਾਂ ਚੱਲੀ ਜਾਂਦਾ। ਤੇ ਮੈਨੂੰ ਬੜੇ ਕਿਸੇ ਕਾਬਲ ਤੇ ਸਿਆਣੇ ਕਿਸੇ ਇਨਸਾਨ ਨੇ ਕਿਹਾ ਸੀ ਕਿ ਜਦੋਂ ਇਦਾਂ ਦਾ ਕੁਛ ਹੋਵੇ ਤਾਂ ਇਨਸਾਨ ਨੂੰ ਜਿਹੜਾ ਚੁੱਪ ਰਹਿਣਾ ਚਾਹੀਦਾ। ਮਤਲਬ ਤੁਸੀਂ ਇਕੱਲੇ ਬੰਦੇ ਦੇ ਸਵਾਲ ਦਾ ਉੱਤਰ ਨਹੀਂ ਦੇ ਸਕਦੇ, ਤੁਸੀਂ ਇਹ ਸੋਚਿਆ? ਨਹੀਂ ਦੇ ਸਕਦਾ ਮੈਂ ਕਿਸੇ ਨੂੰ ਵੀ ਇਦਾਂ, ਤੇ ਕੋਈ ਗੱਲ ਨਹੀਂ, ਸਮਾਂ ਵਾ, ਜੇ ਹਵਾ ਮੇਰੇ ਵੱਲ ਆ ਤਾਂ ਕੋਈ ਗੱਲ ਨਹੀਂ, ਪਰਮਾਤਮਾ ਇਸ ਜੇ ਚੰਗੇ ਨਹੀਂ ਰਹੇ ਤਾਂ ਦੇਣੇ ਵੀ ਨਹੀਂ, ਮਾੜੇ ਵੀ ਨਹੀਂ ਰਹਿਣੇ ਹੈਗੇ। ਤੇ ਜਦੋਂ ਸਾਰਾ ਕੁਝ ਸਹੀ ਹੋਊਗਾ ਮੈਂ ਆਪ ਹੀ, ਮੈਂ ਕਿਤੇ ਭੱਜ ਚੱਲਿਆ, ਮੈਂ ਕਿਹੜਾ ਕਿਤੇ, ਦੇਖੋ ਮੈਂ ਸਾਰਿਆਂ ਦੇ ਸਾਹਮਣੇ ਆਉਣਾ ਵਾ, ਮੈਂ ਇੱਕ ਦੁਨੀਆ ਮੈਨੂੰ ਜਾਣਦੀ ਆ, ਮੈਂ ਕਿਤੇ ਉੱਡ ਥੋੜੀ ਨਹੀਂ ਚੱਲਿਆ, ਭੱਜ ਥੋੜੀ ਨਹੀਂ ਚੱਲਿਆ, ਇੱਥੇ ਹੀ ਰਹਿਣਾ, ਤੁਹਾਡੇ ਵਿੱਚ ਹੀ ਮੈਂ ਰਹਿਣਾ ਵਾ। ਹਿਸਾਬ ਦੀ ਕੋਈ ਏਡੀ ਗੱਲ ਨਹੀਂ, ਮੈਂ ਸਾਰਿਆਂ ਦੇ ਸਾਹਮਣੇ ਜਨਤਕ ਕਰੂੰਗਾ ਇਹਦਾ। ਮੈਂ ਕਹਿੰਦਾ ਕਿ ਮੈਂ ਹੁਣ ਇਸ ਤੋਂ ਵੱਧ ਕੀ ਕਹਾਂ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਮੈਂ ਰੱਖ ਦੂੰਗਾ। ਪਰ ਗੱਲ ਤਾਂ ਹਿਸਾਬ ਕਿਤਾਬ ਵਾਲੀ ਗੱਲ ਨਹੀਂ ਹੈਗੀ, ਗੱਲ ਤਾਂ ਇਹ ਹੈਗੀ ਕਿ ਬਸ ਬਦਨਾਮੀ, ਨੈਗੇਟਿਵਿਟੀ। ਕਦੋਂ ਤੱਕ ਰੱਖ ਦੂੰਗਾ? ਜਦੋਂ ਇਹ ਸਾਰਾ ਕੁਝ ਚੁੱਪ ਕਰਕੇ, ਇਹਨੂੰ ਮਾੜਾ ਚੰਗਾ ਬੋਲਣੋਂ ਹਟ ਕੇ, ਉਸ ਤੋਂ ਬਾਅਦ ਨਾਲ ਹੀ ਸਾਰਾ ਕੁਝ ਰੱਖ। ਪਰ ਇੱਕ ਜਾਣਕਾਰੀ ਹੋਰ ਦਿਓ ਬਈ, ਤੁਹਾਡੇ ਉੱਤੇ ਤੇ ਪੁਨੀਤ ਪੀਪੀ ਦੇ ਉੱਤੇ ਲਗਾਤਾਰ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਆ ਤੇ ਲੱਗਣੇ ਵੀ ਹਾਲੇ ਜੀ। ਪਰ ਪੁਨੀਤ ਦੇ ਨਾਲੋਂ ਤੁਹਾਡਾ ਰਿਸ਼ਤਾ ਟੁੱਟ ਗਿਆ, ਖਟਪਟੀ ਹੋ ਗਈ ਕਿ ਹਾਲੇ ਹੋਣੀ ਹੈ? ਨਹੀਂ ਦੇਖੋ ਜੀ, ਏਦਾਂ ਦੀ ਗੱਲ ਨਹੀਂ। ਉਹ ਮੇਰਾ ਭਰਾ ਵਾ, ਮੇਰਾ ਦੋਸਤ ਆ, ਮੇਰੀ ਸੱਜੀ ਬਾਂਹ ਵਾ, ਤੇ ਉਹਨੇ ਹਮੇਸ਼ਾ ਰਹਿਣਾ ਵੀ ਆ। ਇਹ ਨਹੀਂ ਵੀ ਮੈਂ ਏਦਾਂ ਦੀ, ਤਾਂ ਮੇਰੇ ਮਤਲਬ ਕਿ ਮੇਰੇ ਖੂਨ ਦੇ ਵਿੱਚ ਨਹੀਂ ਕਿ ਜੇਕਰ ਅੱਜ ਕਿਸੇ ਦੇ ਉੱਤੇ ਮਾੜਾ ਸਮਾਂ ਆਇਆ ਤੇ ਮੈਂ ਉਹ ਤੋਂ ਪਾਸਾ ਵੱਟ ਲਾਂ ਜਾਂ ਕਈ ਹੈ। ਦੇਖੋ ਹੁਣ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਕਾਲੇ ਦਿਲ ਦਾ ਇਨਸਾਨ, ਜੈਲਸੀ ਫੀਲ, ਅਗਲਾ ਕਹਿੰਦਾ ਯਾਰ ਮੈਂ ਤਾਂ ਕਰਦਾ ਨਹੀਂ, ਮੈਨੂੰ ਕਿਉਂ ਏਦਾਂ ਲੋਕ ਕਹਿੰਦੇ ਆ। ਪਰ ਦੇਖੋ ਹੁਣ ਤੁਸੀਂ ਇਹ ਦੇਖੋ, ਸਾਡੇ ਨਾਲ ਬੜੇ, ਸਾਡੇ ਨਾਲ ਖੇਡੇ, ਸਾਡੇ ਪਿੰਡ ਦੇ ਬੰਦੇ, ਸਾਡੇ ਏਰੀਏ ਦੇ ਬੰਦੇ, ਸਾਡਾ ਪਿਆਰ ਪੂਰਾ, ਪਰ ਕਦੇ ਉਹਨੇ ਸਾਡੀ ਸੇਵਾ ਵਾਲੀ ਵੀਡੀਓ ਤਾਂ ਕਦੇ ਸ਼ੇਅਰ ਨਹੀਂ ਕੀਤੀ। ਪਰ ਜਿਹੜੀ ਸਾਡੇ ਖਿਲਾਫ ਆ ਨੈਗੇਟਿਵਿਟੀ, ਉਹ ਵੀਡੀਓ ਸ਼ੇਅਰ ਕਰ ਰਹੇ ਨੇ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸਵਾਲ ਇਹੋ ਜਿਹੇ ਆ ਜਿਹੜੇ ਕਿ ਵਕਤ ਨੇ ਬਿਆਨ ਕਰਨੇ ਆ ਜੀ। ਬਹੁਤ ਕੁਝ ਇਹੋ ਜਿਹਾ ਹੁੰਦਾ ਜ਼ਿੰਦਗੀ ਦੇ ਵਿੱਚ ਕਿ ਜਿਹੜਾ ਤੁਸੀਂ ਖੁਦ ਕਈ ਵਾਰੀ ਨਹੀਂ ਕਹਿੰਦੇ, ਪਰ ਸਮੇਂ ਨੇ ਸਾਰਾ ਕੁਝ ਬਿਆਨ ਕਰ ਦੇਣਾ ਜੀ। ਪਰ ਇੱਕ ਗੱਲ ਦੱਸੋ ਵੀ ਜਦੋਂ ਤੁਹਾਨੂੰ ਸੋਸ਼ਲ ਮੀਡੀਆ ਤੇ ਗਾਲਾਂ ਪੈਂਦੀਆਂ, ਧੀਆਂ ਭੈਣਾਂ ਨੂੰ, ਮਾਵਾਂ ਨੂੰ ਵੀ ਤੁਹਾਡੇ ਨੂੰ ਪੁਣਿਆ ਜਾਂਦਾ ਜੀ, ਜਦੋਂ ਮੈਂ ਹਾਲਾਂਕਿ ਇਸ ਗੱਲ ਦੇ ਨਾਲ ਨਿੱਜੀ ਤੌਰ ਤੇ ਸਹਿਮਤ ਨਹੀਂ ਕਿ ਮੇਰੇ ਕਿਸੇ ਦੇ ਨਾਲ ਵੀ ਵਿਚਾਰਧਾਰਕ ਮਤਭੇਦ ਹੋ ਸਕਦੇ ਆ, ਮੈਂ ਜਾਂ ਕੋਈ ਮੇਰੇ ਨਾਲ ਕਿਸੇ ਦੇ ਨਾਲ ਅਸਹਿਮਤ ਹੋ ਸਕਦਾ, ਪਰ ਜੇਕਰ ਤੁਸੀਂ ਗਾਲਾਂ ਕੱਢੋ, ਨੀਵੇਂ ਦਰਜੇ ਦੀ ਸ਼ਬਦਾਵਲੀ ਵਰਤੋ, ਇਹ ਤਾਂ ਮਾੜੀ ਗੱਲ ਹੈ। ਜੇ ਤੁਸੀਂ ਵਰਤੋ ਤਾਂ ਵੀ, ਜੇ ਕੋਈ ਤੁਹਾਡੇ ਲਈ ਵਰਤੇ ਤਾਂ ਵੀ। ਪਰ ਜਦੋਂ ਇਹੋ ਜਿਹੀਆਂ ਗੱਲਾਂ ਚੱਲਦੀਆਂ, ਗਾਲਾਂ ਪੈਂਦੀਆਂ, ਉਦੋਂ ਮਨ ਦੇ ਉੱਤੇ ਕੀ ਬੀਤਦਾ? ਦੇਖੋ ਦੁੱਖ ਤਾਂ ਲੱਗਦਾ, ਏਦਾਂ ਦੀ ਗੱਲ ਨਹੀਂ। ਜਦੋਂ ਮਾੜਾ ਚੰਗਾ, ਜਦੋਂ ਅਸੀਂ ਕਹਿੰਦੇ ਆ ਕਿ ਯਾਰ ਅਸੀਂ ਦਿਨ ਰਾਤ ਇੱਕ ਕੀਤਾ, ਇੰਨੀ ਸੇਵਾ ਕੀਤੀ, ਤੇ ਫਿਰ ਵੀ ਸਾਨੂੰ ਮਾੜਾ ਜਿਹਾ, ਪਰ ਪਹਿਲਾਂ ਮੈਂ ਸੋਚਦਾ ਸੀ ਇਹ ਗੱਲ ਕਿ ਯਾਰ ਗਲਤ ਹੋ ਰਿਹਾ ਵੀ ਮੈਨੂੰ, ਪਰ ਜਦੋਂ ਮੈਂ ਹੌਲੀ ਹੌਲੀ ਇਸ ਚੀਜ਼ ਨੂੰ ਦੇਖਿਆ ਤੇ ਮੈਨੂੰ ਪਤਾ ਲੱਗਾ ਕਿ ਵੀ ਜਿਹੜੇ ਮਾੜਾ ਚੰਗਾ ਬੋਲ ਰਹੇ, ਇਹ ਜਿਹੜੇ ਸਾਰੇ ਫੇਕ ਅਕਾਊਂਟ ਨੇ,
ਇਹ ਜਿਹੜਾ ਇਹਨਾਂ ਦਾ ਇੰਜਨ ਮਹਿਕਮਾ ਵਾ, ਇਹ ਸਾਰਾ ਕੁਝ ਇਹੀ ਇਹਨਾਂ ਦੀਆਂ ਫੇਕ ਅਕਾਊਂਟ ਬਣਿਆ ਹੋਇਆ ਤੇ ਇਹੀ ਸਾਨੂੰ ਜਿਹੜੇ ਉਹਦੇ ਵਿੱਚ ਜਿਹੜੇ ਗਾਲਾਂ ਕਢਵਾ ਰਹੇ ਨੇ। ਤੇ ਮੈਂ ਇੱਥੇ ਸੰਗਤ ਨੂੰ ਕਹਿ ਦੇਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਬੈਸਣ ਦੀ ਜਿਹੜੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ। ਕਿ ਸਾਡੇ ਜਿਹੜੇ ਸਾਨੂੰ ਪਿਆਰ ਕਰਦੇ ਉਹ ਵੀ ਜਿਹੜੇ ਇਹਨਾਂ ਦਾ ਆਨਸਰ ਕਰਦੇ ਆ ਥੱਲੇ ਗਲਤ ਬੋਲਦੇ ਆ, ਤੇ ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਇਹ ਫੇਕ ਅਕਾਊਂਟ ਨੇ ਇਹਨਾਂ ਦੇ ਬਣੇ ਹੋਏ। ਇਹਨਾਂ ਦੇ ਵਿੱਚ ਜਿਹੜਾ ਤੁਸੀਂ ਜਿਹੜੇ ਨਾ ਇਹਨਾਂ ਦੇ ਨਾਲ ਦਖਲਅੰਦਾਜ਼ੀ ਦੋ, ਜੇ ਬੋਲਦੇ ਆ ਤਾਂ ਬੋਲ ਲੈਣ, ਤੇ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ। ਵੀਰ ਜੀ ਹੁਣ ਗੱਲ ਕਰਦੇ ਆ ਤੁਹਾਡੀ ਡਿਊਟੀ ਦੀ। ਤੁਹਾਡੀ ਡਿਊਟੀ ਇਸ ਵੇਲੇ ਕਿੱਥੇ ਹੈ? ਜੀ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਸਭ ਤੋਂ ਪਹਿਲਾਂ ਜਿਹੜਾ PCR ਦੇ ਵਿੱਚ ਡਿਊਟੀ ਕਰਦਾ ਸੀ, ਉਸ ਤੋਂ ਬਾਅਦ ਫਿਰ ਮੈਂ ਨਾਈਟ ਆਪਰੇਟਰ CC10 ਬਤੌਰ ਥਾਣਾ ਕੂਮ ਕਲਾਂ ਦੇ ਵਿੱਚ ਨਾਈਟ ਡਿਊਟੀ ਕੀਤੀ ਜੀ। ਉਸ ਤੋਂ ਬਾਅਦ ਹੁਣ ਕੋਵਿਡ ਦੇ ਵਿੱਚ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੇ ਜਿਹੜੀਆਂ ਸਾਡੇ 4 ਜ਼ੋਨਾਂ ਦੇ ਵਿੱਚ ਜਿਹੜੀਆਂ ਗੱਡੀਆਂ ਲਗਾਈਆਂ ਹੋਈਆਂ ਸੀਗੀਆਂ ਵੀ ਜੇ ਕੋਈ ਕੰਟਰੋਲ ਰੂਮ ਤੇ ਜਾਂ ਜਿਹੜੀ ਹੈਲਪਲਾਈਨ ਵਾਲੇ ਨੰਬਰ ਸੀ ਉਹਦੇ ਉੱਤੇ ਜੇ ਕੋਈ ਸਾਨੂੰ ਕਾਲ ਕਰਦਾ ਸੀਗਾ ਤੇ ਉਹਨਾਂ ਤੱਕ ਜਿਹੜਾ ਉਹ ਰਾਸ਼ਨ ਜਿਹੜਾ ਪਹੁੰਚਾਇਆ ਜਾਂਦਾ ਸੀਗਾ। ਉਹਦੇ ਵਿੱਚ ਸਾਡੇ ਅਫਸਰਾਂ ਨੇ ਮੈਨੂੰ ਤਾਂ ਲਿਆ ਕਿਉਂਕਿ ਸਾਨੂੰ ਪਤਾ ਸੀਗਾ, ਕਿਉਂਕਿ ਅਸੀਂ ਪਹਿਲਾਂ ਸੇਵਾ ਕਰਦੇ ਸੀਗੇ ਕਿ ਕਿਹੜੇ ਕਿਹੜੇ ਪਰਿਵਾਰ ਲੋੜਵੰਦ ਸਾਨੂੰ ਪਤਾ ਸੀ। ਸਾਡੇ ਅਫਸਰਾਂ ਨੇ ਸਾਨੂੰ ਬੁਲਾ ਕੇ ਇਹ ਗੱਲ ਕਹੀ ਕਿ ਦੇਖੋ ਜੀ, ਜਿੱਥੇ ਤੁਹਾਨੂੰ ਲੱਗਦਾ ਕਿ ਵਾਕਈ ਲੋੜ ਹੈ ਤੁਸੀਂ ਜਾਣਦੇ ਹੋ ਤੇ ਉਹਨਾਂ ਤੱਕ ਜਿਹੜਾ ਤੁਸੀਂ ਰਾਸ਼ਨ ਜਿਹੜਾ ਉਹ ਮੁਹੱਈਆ ਕਰਵਾਉਣਾ ਵਾ। ਤੇ ਹੁਣ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਜਿਵੇਂ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ 20 ਲੱਖ ਤੋਂ ਉੱਪਰ ਜਿਹੜੇ ਫ੍ਰੀ ਜਿਹੜੇ ਮਾਸਕ ਦਿੱਤੇ ਜਾਣੇ ਆ, ਉਹ ਅਸੀਂ ਜਿਹੜੇ ਉਹ ਮਾਸਕ ਦੀ ਸੇਵਾ ਵੀ ਕਰ ਰਹੇ ਹਾਂ। ਤੇ ਜਿਹੜਾ ਸਾਨੂੰ ਜਿਹੜਾ ਕਾਲ ਵਗੈਰਾ ਆਉਂਦੀਆਂ ਨੇ ਕੰਟਰੋਲ ਰੂਮ ਤੇ, ਕੋਈ ਜ਼ਿਆਦਾ ਕਿਸੇ ਨੂੰ ਮੈਡੀਸਿਨ ਦੀ ਜ਼ਰੂਰਤ ਆ ਜਾਂ ਲੋਕਡਾਊਨ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਿ ਕੋਈ ਰਸਤੇ ਦੇ ਵਿੱਚ ਕੋਈ ਫਸ ਜਾਂਦਾ, ਤੇ ਉਸ ਤੋਂ ਬਾਅਦ ਜਿਹੜਾ ਅਸੀਂ ਉੱਥੇ ਸਾਨੂੰ ਫੋਨ ਆ ਜਾਂਦਾ ਕੰਟਰੋਲ ਰੂਮ ਤੋਂ ਕਿ ਭਾਈ ਗੋਲਡੀ ਇੱਥੇ ਕੋਈ ਆ ਪ੍ਰੋਬਲਮ ਆ, ਉੱਥੇ ਜਾ ਕੇ ਦੇਖੋ ਵੀ ਕੀ ਉੱਥੇ ਜਾ ਕੇ ਅਸੀਂ ਜਿਹੜੀ ਉਹ ਪ੍ਰੋਬਲਮ ਨੂੰ ਹੱਲ ਕਰਦੇ ਹਾਂ ਜੀ। ਤੇ ਹੁਣ ਆਪਾਂ ਉਸ ਸਵਾਲ ਤੇ ਆਉਂਦੇ ਆ ਜਿਹੜਾ ਪਿਛਲੀ ਕਿਸ਼ਤ ਦੇ ਵਿੱਚ ਟਾਣਾ ਸਾਹਿਬ ਨੇ ਕੀਤਾ ਸੀ ਵੀ ਤੁਹਾਡੀ ਡਿਊਟੀ ਦੇ ਉੱਪਰ ਸਵਾਲ ਖੜੇ ਹੁੰਦੇ ਨੇ ਵੀ ਤੁਸੀਂ ਇੱਕ ਪਾਸੇ ਤਾਂ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਹੇ ਹੋ, ਦੂਸਰੇ ਬੰਨੇ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ ਸਮਾਜ ਸੇਵਾ ਕਰਦੇ ਹੋ। ਇਹ ਦੋਵੇਂ ਚੀਜ਼ਾਂ ਇਕੱਠੀਆਂ ਕਿਵੇਂ ਚੱਲ ਰਹੀਆਂ ਨੇ? ਜੇ ਤੁਸੀਂ ਡਿਊਟੀ ਕਰ ਰਹੇ ਹੋ ਤਾਂ ਫਿਰ ਸੇਵਾ ਕਰਨ ਦਾ ਟਾਈਮ ਕਿਵੇਂ ਮਿਲਦਾ? ਪੁਲਿਸ ਮਹਿਕਮੇ ਦੀ ਡਿਊਟੀ ਬੜੀ ਸਖਤ ਹੁੰਦੀ ਹੈ। ਪੁਲਿਸ ਕਰਮਚਾਰੀ ਕਈ ਸਾਨੂੰ ਇਹ ਦੱਸਦੇ ਆ ਕਿ ਸਾਡੀ 24 ਘੰਟੇ ਡਿਊਟੀ ਹੁੰਦੀ ਹੈ। ਜੇ 24 ਘੰਟੇ ਡਿਊਟੀ ਹੁੰਦੀ ਹੈ ਤੇ ਫਿਰ ਤੁਸੀਂ ਸੇਵਾ ਕਿਹੜੇ ਵੇਲੇ ਕਰੇ ਆਉਂਦੇ ਹੋ? ਦੇਖੋ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਡਿਊਟੀ ਆ, ਪਹਿਲੀ ਗੱਲ ਤਾਂ ਮੈਂ ਇਹ ਕਹਦਾ ਕਿ ਮੈਂ ਕੋਈ ਸਮਾਜ ਸੇਵੀ ਨਹੀਂ ਹੈਗਾ। ਤੇ ਦੂਜੀ ਗੱਲ ਇਹ ਆ ਕਿ ਜੇਕਰ ਨਾਈਟ ਡਿਊਟੀ ਕਰਨ ਤੋਂ ਬਾਅਦ ਜੇ ਮੇਰੇ ਕੋਲ ਕੁਝ ਸਮਾਂ ਬਚਦਾ ਵਾ ਤੇ ਉਹਦੇ ਵਿੱਚ ਵੀ ਜਿਹੜਾ ਮੈਂ ਜਾ ਕੇ ਜਿਵੇਂ ਹੁਣ ਸੰਗਤ ਨੂੰ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਮੇਰੀ CC10 ਆਪਰੇਟਰ ਨਾਈਟ ਡਿਊਟੀ ਸੀ। ਉਸ ਤੋਂ ਬਾਅਦ ਦਿਨ ਦੇ ਵਿੱਚ ਜਿਹੜਾ ਮੇਰੇ ਕੋਲ 10-15 ਮਿੰਟ 20 ਮਿੰਟ ਜਿੰਨਾ ਵੀ ਸਮਾਂ ਮੇਰੇ ਕੋਲ ਬਚਦਾ ਸੀਗਾ ਉਹਦੇ ਸਮੇਂ ਦੇ ਵਿੱਚੋਂ ਕੱਢ ਕੇ ਜਾ ਕੇ ਤੇ ਮੈਂ ਬਜ਼ੁਰਗਾਂ ਨੂੰ ਫੂਡ ਵਗੈਰਾ ਜਿਹੜਾ ਦੇ ਆਉਂਦਾ ਸੀ। ਉਸ ਤੋਂ ਬਾਅਦ ਜਿਹੜੀ ਆ ਜ਼ਿਆਦਾ ਸੇਵਾ ਜਿਹੜੀ ਚੱਲੀ ਆ ਕੋਵਿਡ ਦੇ ਵਿੱਚ ਹੀ ਜ਼ਿਆਦਾ ਅਸੀਂ ਕਰਨ ਲਈ ਸ਼ੁਰੂ ਕੀਤੀ ਆ, ਕਿਉਂ ਇਹਦੇ ਵਿੱਚ ਇਹ ਹੁੰਦਾ ਸੀਗਾ ਕਿ ਜਿਸ ਘਰ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਸੀ ਉਹ ਸਾਨੂੰ ਫੋਨ ਕਾਲਸ ਵਗੈਰਾ ਕਰ ਦਿੰਦੇ ਸੀ। ਜਿਵੇਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀ ਨੰਬਰ ਪਏ ਹੋਏ ਨੇ। ਸਾਡਾ ਮੇਨ ਇਹੀ ਸੀਗਾ ਕਿ ਕੋਈ ਪਰਿਵਾਰ ਜਿਹੜਾ ਰਾਸ਼ਨ ਤੋਂ ਜਾਂ ਦਵਾਈ ਮੈਡੀਸਿਨ ਦੇ ਪੱਖੋਂ ਕੋਈ ਰਹਿ ਨਾ ਜਾਵੇ ਤੇ ਉੱਥੋਂ ਤੱਕ ਜਿਹੜਾ ਸਾਨੂੰ ਫੋਨ ਕਾਲ ਆਉਂਦੇ ਸੀ ਅਸੀਂ ਆਪ ਜਾ ਕੇ ਉੱਥੋਂ ਤੱਕ ਜਿਹੜੀ ਉਹ ਪਹੁੰਚ ਕਰਦੇ ਹੁੰਦੇ। ਨਹੀਂ, ਪਰ ਸਵਾਲ ਤਾਂ ਫਿਰ ਉੱਥੇ ਦਾ ਉੱਥੇ ਆ ਵੀ ਜਦੋਂ ਤੁਸੀਂ ਡਿਊਟੀ ਕਰਦੇ ਆ ਤੇ ਫਿਰ ਨਾਲ ਸਮਾਂ ਕਿਵੇਂ ਕੱਢਦੇ ਹੋ, ਬਰਾਬਰ ਸਮਾਂ ਕਿਵੇਂ ਕੱਢਦੇ? ਦੇਖੋ ਮੈਂ ਦੱਸ ਰਿਹਾ ਸੰਗਤ ਨੂੰ ਕਿ ਪਹਿਲਾਂ ਤਾਂ ਨਾਈਟ ਡਿਊਟੀ ਸੀ, ਦਿਨ 'ਚ ਮੈਂ ਸੇਵਾ ਕਰ ਲੈਂਦਾ ਸੀ। ਹੁਣ ਮੇਰੀ ਡਿਊਟੀ ਜਿਹੜੀ ਆ SP ਹੈਡਕੁਆਟਰ ਸਾਹਿਬ ਦੇ ਨਾਲ ਲੱਗੀ ਹੋਈ। ਉਹਦੇ ਵਿੱਚ ਸਾਡੀ ਜਿਹੜੀ ਮੇਨ ਡਿਊਟੀ ਉਹ ਇਹ ਆ ਕਿ ਭਾਈ ਜਿੱਥੇ ਜ਼ਿਆਦਾ ਜ਼ਰੂਰਤ ਹੈ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਵਿੱਚ ਹੈ ਤੇ ਉੱਥੇ ਜਾ ਕੇ ਜਿਹੜੀ ਉਹਨਾਂ ਦਾ ਹੱਲ ਕਰੋ। ਜਦੋਂ ਇਹਨਾਂ ਰੌਲਾ ਪੈ ਗਿਆ ਜੀ, ਚਾਰੇ ਪਾਸੇ ਬਦਨਾਮੀ ਹੋ ਰਹੀ ਆ ਜੀ, ਤੁਹਾਡੇ ਮਹਿਕਮੇ ਨੇ ਅੱਖਾਂ ਨਹੀਂ ਫੇਰੀਆਂ ਵੀ ਭਾਈ ਤੂੰ ਤਾਂ ਸਾਡੀ ਵੀ ਬਦਨਾਮੀ ਕਰਵਾਈ ਜਾਂਦਾ? ਨਹੀਂ ਬਿਲਕੁਲ ਪਤਾ ਹੀ ਹੁੰਦਾ ਸੰਗਤ ਨੂੰ ਜੇ ਕਿਤੇ ਨਾ ਕਿਤੇ ਮੇਰੇ 'ਚ ਕੋਈ ਗਲਤੀ ਹੁੰਦੀ ਮੈਂ ਕਾਨੂੰਨ ਦੀ ਤੇ ਸਭ ਤੋਂ ਪਹਿਲਾਂ ਮੇਰੇ ਮਹਿਕਮੇ ਨੇ ਮੇਰੇ ਤੇ ਕਾਰਵਾਈ ਕਰਨੀ ਸੀ। ਮੈਂ ਪਿੱਛੇ ਜੇ ਇੱਕ ਖਬਰ ਪੜ੍ਹੀ, ਇੱਕ ਰਿਪੋਰਟ ਪੜ੍ਹੀ ਸੋਸ਼ਲ ਮੀਡੀਆ ਦੇ ਉੱਤੇ ਕਿ ਹੁਣ ਪੁਲਿਸ ਦੇ ਵੱਲੋਂ ਵੀ ਕੀਤੀ ਜਾਵੇਗੀ ਗੋਲਡੀ PP ਦੇ ਉੱਤੇ ਕਾਰਵਾਈ ਕਿਉਂਕਿ ਮਹਿਕਮੇ ਦੀ ਬਦਨਾਮੀ ਬਹੁਤ ਹੋ ਰਹੀ ਆ। ਸੋ ਸੱਚੀ ਮੁੱਚੀ ਕੋਈ ਕਾਰਵਾਈ ਹੋ ਰਹੀ ਤੁਹਾਡੇ ਉੱਤੇ? ਕੋਈ ਏਦਾਂ ਦਾ ਕੁਝ ਨਹੀਂ ਹੈਗਾ। ਏਦਾਂ ਦਾ ਮੈਂ ਕੋਈ ਗਲਤ ਕੰਮ ਕੀਤਾ ਹੀ ਨਹੀਂਗਾ ਜੀ ਜਿਹੜੀ ਮੇਰੇ ਤੇ ਕਾਰਵਾਈ ਦਾ ਕੋਈ ਮੈਂ ਕ੍ਰਾਈਮ ਕੀਤਾ ਵਾ ਕਿ ਮੇਰੇ ਤੇ ਜਿਹੜੀ ਕਾਰਵਾਈ ਹੋਊਗੀ। ਪਰ ਜੇਕਰ ਕਿਸੇ ਨੇਤਾ ਦੇ ਉੱਤੇ ਮਨ ਘੜਤ ਦੋਸ਼ ਵੀ ਲੱਗਣ ਉਹ ਵੀ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੰਦੇ ਆ ਜੀ। ਪਰ ਤੁਹਾਡੇ ਉੱਤੇ ਪੁਲਿਸ ਮਿਹਰਬਾਨ ਆ ਜਾਂ ਪੁਲਿਸ ਨੂੰ ਯਕੀਨ ਬਹੁਤ ਆ? ਦੇਖੋ ਜੀ ਸਾਰੀ ਸੰਗਤ ਨੂੰ ਪਤਾ ਕਿ ਜਦੋਂ ਕੋਈ ਚੰਗਾ ਕੰਮ ਕਰਦੇ ਆ ਤਾਂ ਮਾੜਾ ਚੰਗਾ ਬੋਲਣ ਵਾਲੇ ਤਾਂ ਬਹੁਤ ਹੁੰਦੇ ਆ, ਕਿਉਂਕਿ ਇਹਦੇ ਉੱਤੇ ਕੋਈ ਸਬੂਤ ਨਹੀਂ ਨਾ ਆਇਆ। ਜੇ ਕੋਈ ਸਬੂਤ ਹੁੰਦਾ ਤਾਂ ਮੇਰੇ ਉੱਤੇ ਸ਼ਾਇਦ ਕੋਈ ਕਾਰਵਾਈ ਹੁੰਦੀ। ਬਾਈ ਜੀ ਇੱਕ ਨਾ ਬੜਾ ਸਪਸ਼ਟ ਸਵਾਲ ਆ ਜੀ ਵੀ ਜਿਹੜਾ ਕਿ ਤੁਹਾਡੇ ਉੱਤੇ ਵਾਛੜ ਦੇ ਰੂਪ ਦੇ ਵਿੱਚ ਆ ਰਿਹਾ ਜੀ।
ਪੈਸੇ ਭੇਜਦੇ ਵਿਦੇਸ਼ਾਂ ਦੇ ਵਿੱਚੋਂ ਲੋਕ ਪੰਜਾਬੀ ਜੀ ਹਮਦਰਦੀ ਦੇ ਨਾਂ ਦੇ ਉੱਤੇ, ਲੋੜਵੰਦਾਂ ਦੀ ਮਦਦ ਦੇ ਨਾਂ ਦੇ ਉੱਤੇ ਜੀ ਸਰਦਾਰੀ ਤੁਸੀਂ ਬਣਾ ਲੈਂਦੇ ਆ ਜੀ। ਦੇਖੋ ਬਈ ਨੰਬਰ ਤੁਹਾਡੇ, ਬਈ ਗੋਲਡੀ ਪੀਪੀ ਨੇ ਆ ਕੀਤਾ, ਗੋਲਡੀ ਪੀਪੀ ਨੇ ਉਹ ਕੀਤਾ, ਪਨੀਤ ਪੀਪੀ ਨੇ ਆ ਕੀਤਾ, ਉਹਨੇ ਆ ਕੀਤਾ, ਪੈਸੇ ਦੇਣ ਵਾਲਿਆਂ ਦਾ ਕਿਤੇ ਜ਼ਿਕਰ ਨਹੀਂ ਜੀ, ਤੇ ਥੋੜੀ ਸਰਦਾਰੀ। ਜੀ ਬਿਲਕੁਲ, ਮੈਂ ਇੱਥੇ ਸੰਗਤ ਨੂੰ ਜਿਹੜਾ ਦੱਸ ਦੇਣਾ ਚਾਹੁੰਦਾ ਕਿ ਸਰਦਾਰੀ ਵਾਲੀ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ। ਦੇਖੋ ਜਿਹੜਾ ਕੋਈ ਚੰਗਾ ਕੰਮ ਕਰਦਾ ਵਾ ਤਾਂ ਉਹਨੂੰ ਲੋਕੀ ਸਲਾਉਂਦੇ ਹੀ ਆ। ਹੁਣ ਜਿਹੜੇ ਸੜਕਾਂ ਦੇ ਉੱਤੇ ਕੀੜੇ ਪਏ ਹੁੰਦੇ ਜਿਨ੍ਹਾਂ ਦੇ ਉੱਤੇ ਲੋਕ ਇਹਨਾਂ ਤੋਂ ਕੰਨੀ ਐਂ ਕਤਰਾ ਕੇ ਤੇ ਨਿੰਗ ਜਾਂਦੇ ਕਿ ਸਮੈਲ ਬਹੁਤ ਜ਼ਿਆਦਾ, ਸਮੈਲ ਇੰਨੀ ਕੁ ਹੁੰਦੀ ਕਿ ਉਹਦੇ ਕੋਲ ਬੰਦਾ ਦੇਖ, ਉਹ ਪਿਆ ਸੜਕ ਦੇ ਉੱਤੇ, ਤੁਸੀਂ ਸਾਰੇ ਸੰਗਤ ਦੇਖਦੇ ਹੀ ਹੋ, ਕੋਈ ਨਹੀਂ ਚੱਕਦਾ, ਗਲੋਂ ਗੱਡੀਆਂ ਨਿੰਗੀ ਜਾਂਦੀਆਂ, ਪਰ ਉਹਨਾਂ ਬੰਦਿਆਂ ਨੂੰ ਜਾ ਕੇ ਅਸੀਂ ਚੱਕ ਕੇ ਆਪਣੇ ਗਲ ਨਾਲ ਲਾਉਂਦੇ ਆ ਜੀ, ਉਹਨਾਂ ਨੂੰ ਚੱਕ ਕੇ ਅਸੀਂ ਨਵਾਉਂਦੇ ਆ, ਉਹਨਾਂ ਨੂੰ ਆਸ਼ਰਮ ਦੇ ਵਿੱਚ ਛੱਡਦੇ ਆ। ਉਹ ਸੰਗਤ ਦਾ ਜਿਹੜਾ ਪਿਆਰ ਆ ਜਾਂ ਉਹਨਾਂ ਦੀ ਜਿਹੜੀ ਅਸੀਸ ਆ, ਉਹ ਕਿਤੇ ਨਾ ਕਿਤੇ ਜਿਹੜੀ ਸਾਡੀ ਜਿਹਨੂੰ ਜਨਤਾ ਦੇ ਸਾਹਮਣੇ ਲੈ ਕੇ ਆਉਂਦੀ ਤੇ ਲੋਕ ਸਾਨੂੰ ਪਿਆਰ ਕਰਦੇ। ਕੋਈ ਸਰਦਾਰੀ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ। ਤੇ ਬਾਕੀ ਮੈਂ ਇੱਥੇ ਸੰਗਤ ਨੂੰ ਇਹ ਵੀ ਗੱਲ ਦੱਸ ਦੇਣਾ ਚਾਹੁੰਦਾ ਕਿ ਜਦੋਂ ਸ਼ੁਰੂਆਤੀ ਟਾਈਮ ਦੇ ਵਿੱਚ ਅਸੀਂ ਫੂਡ ਜਿਹੜਾ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਦਿੰਦੇ ਸੀ, ਉਸ ਟਾਈਮ ਤੇ ਸਾਨੂੰ NRI ਵੀਰ ਨਹੀਂ ਸੀ ਸੇਵਾ ਕਰਦੇ, ਉਹ ਤਾਂ ਅਸੀਂ ਆਪਣੇ ਪੱਲੇ ਸ਼ੁਰੂ ਕੀਤੀ ਸੀ। ਇਹ ਤਾਂ ਚਲੋ ਉਹਨਾਂ ਦਾ ਪਿਆਰ ਕਹਿ ਲਓ, ਉਹ ਸਾਡੀ ਜਿਹੜੀ ਅਸੀਂ ਸ਼ੁਰੂਆਤ ਕੀਤੀ ਸੀ ਉਹਦੇ ਵਿੱਚ ਸੱਚ ਸੀਗਾ, ਸਾਡੀ ਬਰਕਤ ਸੀ, ਹਨਾ। ਉਹਦੇ ਹਿਸਾਬ ਨਾਲ ਅਸੀਂ ਜਿਹੜਾ ਚੱਲੇ ਤੇ ਉਹਨਾਂ ਨੇ ਸਹਿਯੋਗ ਦਿੱਤਾ ਤੇ ਅਸੀਂ ਜਿਹੜੇ ਘਰ ਬਣਾਉਣੇ ਜਾਂ ਇਲਾਜ ਕਰਾਉਣੇ ਜਾਂ ਜਿਹੜੇ ਹੋਰ ਕੰਮ ਕਰਾਉਣੇ ਜਿਹੜੇ ਉਹ ਜਿਹੜੇ ਸ਼ੁਰੂ ਕਰ ਦਿੱਤੇ। ਤੇ ਬਾਕੀ ਜਿਹੜੀ ਇਹ ਸੋਭਾ ਵਾਲੀ ਗੱਲ ਆ, ਇਹ ਜਿਹੜੀ ਪਰਮਾਤਮਾ ਦੇ ਹੱਥ ਵਸ ਹੁੰਦੀ ਆ। ਬਾਣੀ ਦੇ ਵਿੱਚ ਵੀ ਹੈ ਕਿ ਸਾਹਿਬ ਹੱਥ ਵਡਿਆਈਆਂ ਜਿਸ ਪਾਵੇ ਤਿਸ ਦੇ। ਜੇ ਉਹ ਪਰਮਾਤਮਾ ਨੂੰ ਕਿਤੇ ਨਾ ਕਿਤੇ ਸਾਡੇ 'ਚ ਲੱਗਿਆ ਕਿ ਹਾਂ ਇਹ ਬੰਦਾ ਸੱਚਾ ਵਾ, ਦਿਲੋਂ ਸੇਵਾ ਕਰ ਰਿਹਾ, ਤੇ ਪਰਮਾਤਮਾ ਨੇ ਆਪੇ ਉੱਪਰ ਤੱਕ ਲੈ। ਤੁਹਾਡੀ ਨਾ ਇੱਕ ਆਡੀਓ ਕਲਿੱਪ ਵਾਇਰਲ ਹੋਈ ਜੀ, ਤੁਸੀਂ ਆਪਦੀ ਮਾਮੀ ਦੇ ਵੀ ਪੈਸੇ ਮਾਰ ਲਏ ਜੀ। ਤੁਹਾਡੀ ਆਪਣੀ ਮਾਮੀ ਦੇ ਨਾਲ ਜਾਂ ਕਿਸੇ ਵੀ ਔਰਤ ਦੇ ਨਾਲ ਗੱਲਬਾਤ ਚੱਲ ਰਹੀ ਹੈ, ਉਹ ਕਹਿ ਰਹੀ ਹੈ ਜੀ ਕਿ ਭਾਈ ਸਾਨੂੰ ਸਾਡੇ ਪੈਸੇ ਦਿਓ, ਕੁਛ ਏਦਾਂ ਦੀ ਗੱਲਬਾਤ ਚੱਲਦੀ ਹੈ, ਉਹ ਰੌਲਾ ਕੀ ਆ? ਦੇਖੋ ਜੀ, ਉਹ ਸਾਡਾ ਜਿਹੜਾ ਜ਼ਮੀਨ ਦਾ ਰੌਲਾ, ਜ਼ਮੀਨੀ ਰੌਲੇ ਜਿਹੜੇ ਮੇਰੇ ਇਕੱਲੇ ਦੇ ਨਹੀਂ, ਪੂਰੀ ਮੈਂ ਕਹਿੰਦਾ ਕਿ ਜਿਹੜੇ ਜ਼ਿਮੀਂਦਾਰ ਪਰਿਵਾਰ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦੇ ਆ ਏਦਾਂ ਦੇ ਰੌਲੇ। ਤੇ ਇਹ ਜਿਹੜੀ ਜਿਵੇਂ ਹੁਣ ਅਸੀਂ ਸੋਸ਼ਲ ਮੀਡੀਆ ਦੇ ਅੱਗੇ ਆਣ ਕੇ ਕਹਿ ਦਿੰਦੇ ਆ ਕਿ ਮੈਨੂੰ ਆਹ ਜੀ ਮੇਰੇ ਕੋਲ ਚੈੱਕ, ਆਹ ਮੇਰੇ ਕੋਲ ਪ੍ਰੂਫ ਹੈ। ਦੇਖੋ ਜੀ, ਜੇ ਫਿਰ ਇੱਦਾਂ ਹੀ ਸੋਸ਼ਲ ਮੀਡੀਆ ਦੇ ਸਾਹਮਣੇ ਆਣ ਕੇ ਹੀ ਜੇ ਸਾਰਾ ਕੁਝ ਮਿਲਦਾ ਹੁੰਦਾ ਤੇ ਫਿਰ ਸਾਡੀਆਂ ਜਿਹੜੀਆਂ ਮਾਨਯੋਗ ਅਦਾਲਤਾਂ ਨੇ, ਕੋਰਟਾਂ ਨੇ ਸਾਡੀਆਂ, ਇਹ ਕਿਉਂ ਬਣੀਆਂ? ਜੇ ਤੇਰੇ ਕੋਲ ਕੁਝ ਏਦਾਂ ਦਾ ਹੈ ਤਾਂ ਤੁਸੀਂ ਕੋਰਟ ਦੇ ਵਿੱਚ ਜਾ ਕੇ ਕੇਸ ਕਿਉਂ ਨਹੀਂ ਲਾਉਂਦੇ ਹੈਗੇ? ਠੀਕ ਹੈ ਨਾ। ਬਾਕੀ ਇੱਕ ਮੈਂ ਇੱਥੇ ਗੱਲ ਇਹ ਕਹਿ ਦੇਣਾ ਚਾਹੁੰਦਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਬਹੁਤ ਸੱਚਾ ਇਨਸਾਨ ਹਾਂ। ਇਹ ਮੇਰੇ ਕੋਲ ਮਾਮੀ ਜੀ ਆਏ ਤੇ ਮੈਨੂੰ ਕਹਿੰਦੇ ਕਿ ਮੇਰੇ ਜਿਹੜੀ ਘਰ ਦੀ ਜਿਹੜੀ ਲਾਈਟ ਉਹ ਕੱਟੀ ਗਈ ਆ, ਵੀ ਮੇਰੇ ਬੱਚੇ ਜਿਹੜੇ ਆ ਗਰਮੀ ਦੇ ਵਿੱਚ ਰਹਿ ਰਹੇ ਆ। ਮੇਰਾ ਪਿੰਡ ਉਹਨਾਂ ਦਾ ਕਿਹੜਾ ਪਿੰਡ ਆ? ਇਹ ਪਹਿਲਾਂ ਲੋਡੂਆ ਰਹਿੰਦੇ ਸੀ, ਹੁਣ ਜਲੰਧਰ ਬਾਈਪਾਸ ਰਹਿ ਰਹੇ। ਮੈਂ ਕਿਸੇ ਨੂੰ ਆਪਾਂ ਮਾੜਾ ਚੰਗਾ ਨਹੀਂ ਮੈਂ ਇੱਥੇ ਬੋਲ, ਮੈਂ ਸਿਰਫ ਜਿਹੜੀ ਜਾਣਕਾਰੀ ਦੇ ਰਹੇ ਹਾਂ, ਪਰਖ ਦੇ ਉੱਤੇ ਜਿਹੜਾ ਮੈਂ ਤਰਕ ਦੇ ਉੱਤੇ ਜਿਹੜੀ ਮੈਂ ਗੱਲ ਕਰ ਰਿਹਾ ਵਾਂ। ਚਲੋ ਉਹਨਾਂ ਨੇ ਤਾਂ ਬਹੁਤ ਕੁਝ ਬੋਲਤਾ ਮੇਰੇ ਖਿਲਾਫ, ਮੈਂ ਨਹੀਂ ਕੁਝ ਵੀ। ਮੈਂ ਇਹ ਕਹੂੰਗਾ ਕਿ ਚਲੋ ਜੇ ਉਹਨਾਂ ਕੋਲੇ ਕੁਝ ਸੀ ਤਾਂ ਉਹ ਕੋਰਟ ਦੇ ਵਿੱਚ ਕਿਉਂ ਨਹੀਂ ਗਏ? ਕੋਰਟ ਦੇ ਵਿੱਚ ਕੇਸ ਲਾਉਣ, ਜੇ ਅਸੀਂ ਗਲਤ ਆ ਤੇ ਸਾਨੂੰ ਆਪੇ ਜਿਹੜੀ ਕਿਤੇ ਨਾ ਕਿਤੇ ਸਜ਼ਾ ਮਿਲੂਗੀ। ਹਾਂ ਜੀ। ਤੇ ਬਾਕੀ ਜਿਹੜੀ ਉਹ ਗੱਲ ਕਰ ਰਹੇ ਆ ਕਿ ਉਹ ਕਹਿੰਦੇ ਰੋਂਦੇ ਮੇਰੇ ਕੋਲੇ ਆਏ ਤੇ ਮੈਨੂੰ ਕਹਿੰਦੇ ਕਿ ਭਾਈ ਏਦਾਂ ਨਹੀਂ ਹੈ, ਤੇ ਮੈਂ ਉਹਨਾਂ ਦਾ ਬਿੱਲ ਜਿਹੜਾ ਉਹਨਾਂ ਦਾ ਪੇ ਕਰ ਦਿੱਤਾ ਇੱਕ ਇਨਸਾਨੀਅਤ ਦੇ ਨਾਤੇ, ਤੇ ਉਹਦਾ ਨਤੀਜਾ ਤੁਸੀਂ ਸਾਰੇ ਦੇਖ ਨਹੀਂ। ਪਰ ਉਹ ਤਾਂ ਕਹਿ ਰਿਹਾ ਕੋਈ 33 ਲੱਖ ਦਾ, 34 ਲੱਖ ਦਾ, 35 ਲੱਖ ਦੇ ਜਿਹੜੇ ਚੈੱਕ ਨੇ ਉਹ ਬਾਉਂਸ ਹੋਏ ਨੇ, ਤੁਸੀਂ ਉਹਨਾਂ ਨੂੰ ਦਿੱਤੇ ਸੀ ਵੀ ਇਹ ਕਢਾ ਲਓ ਪੈਸੇ। ਜੇ ਬਾਉਂਸ ਹੋਏ ਤਾਂ ਮੈਮ ਸਾਡੇ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ? ਤੁਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਭਾਈ ਤੁਹਾਡੇ ਖਿਲਾਫ ਕੇਸ ਕਰ ਦੇਣ? ਨਹੀਂ, ਜੇ ਉਹਨਾਂ ਕੋਲ, ਮੈਂ ਤਾਂ ਦੇਖੋ ਸੰਗਤ ਨੂੰ ਵੀ ਕਹੂੰਗਾ ਤੇ ਸਾਰੇ ਉਹਨਾਂ ਨੂੰ ਵੀ ਜਿਹੜੇ ਸੁਣ ਰਹੇ ਉਹਨਾਂ ਨੂੰ ਕਹੂੰਗਾ ਕਿ ਜੇ ਤੁਹਾਡੇ ਕੋਲ ਕੁਝ ਹੈ ਤਾਂ ਤੁਸੀਂ ਕੋਰਟ ਦੇ ਵਿੱਚ ਜਾਂ ਕਿਸੇ ਥਾਣੇ ਦੇ ਵਿੱਚ ਕੋਈ ਦਰਖਾਸਤ ਦਿਓ। ਏਦਾਂ ਸੋਸ਼ਲ ਮੀਡੀਆ ਦੇ ਉੱਤੇ ਆਣ ਕੇ ਜਿਹੜਾ ਏਦਾਂ ਬਦਨਾਮ ਕਰਨਾ, ਉਹ ਬੇਹੂਦਾ ਜਿਹੜੀ ਗਲਤ ਗੱਲ ਹੈ ਜੀ। ਤੁਹਾਡੀ ਮਾਸੀ ਦਾ ਬੇਟਾ ਕੋਈ ਰਾਮ ਸਿੰਘ ਵੀ ਹੈ ਜੀ, ਉਹਨਾਂ ਦੇ ਬਾਰੇ 'ਚ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਤੁਹਾਡੇ ਨਾਲ ਬਹੁਤ ਰਾਬਤਾ ਕਾਇਮ ਕੀਤਾ, ਉਹ ਹੈਂਡੀਕੈਪਡ ਨੇ, ਉਹਨਾਂ ਨੇ ਤੁਹਾਡੇ ਤਰਲੇ ਕੀਤੇ ਮਦਦ ਕਰਨ ਦੇ ਲਈ, ਪਰ ਤੁਸੀਂ ਉਹਨਾਂ ਦੀ ਬਾਹ ਨਹੀਂ ਫੜੀ। ਉਹਦੇ ਪਿੱਛੇ ਕੀ? ਦੇਖੋ, ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜਾ ਮੈਂ ਇੱਕ ਪੁਲਿਸ ਅਫਸਰ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਸੇਵਾਦਾਰ ਹਾਂ, ਤੇ ਉਸ ਤੋਂ ਬਾਅਦ ਮੈਂ ਕਿਸੇ ਦਾ ਜਿਹੜਾ ਭੈਣ ਭਰਾ ਹਾਂ। ਹੁਣ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਕਿ ਰਾਮ ਸਿੰਘ ਜੀ ਕੋਲੇ ਪਹਿਲਾਂ ਗੱਡੀ ਹੁੰਦੀ ਸੀਗੀ। ਉਹ ਗੱਡੀ ਜਿਹੜੀ ਨਜਾਇਜ਼ ਮਾਈਨਿੰਗ ਕੀਤੀ, ਥਾਣਾ ਕੂਮ ਕਲਾਂ ਦੇ ਵਿੱਚ ਉਹਦੇ ਉੱਤੇ ਜਿਹੜਾ ਇੱਕ ਪਰਚਾ ਦਰਜ। ਉਸ ਤੋਂ ਬਾਅਦ ਇਸ ਇਨਸਾਨ ਨੇ ਫਿਰ ਗੱਡੀ ਲਈ, ਕਿਸੇ ਦੇ ਨਾਮ ਦੇ ਉੱਤੇ ਗੱਡੀ ਲਈ। ਉਹ ਗੱਡੀ ਦੇ ਉੱਤੇ ਇਹਨੇ ਜਿਹੜਾ ਦਾਰੂ ਦਾ ਜਿਹੜਾ ਇਹਨੇ ਕੰਮ ਕੀਤਾ, ਉਹਦੇ ਉੱਤੇ ਜਿਹੜਾ ਥਾਣਾ ਮੋਤੀ ਨਗਰ ਦੇ ਵਿੱਚ ਇਹਦੇ ਉੱਤੇ ਐਕਸਾਈਜ਼ ਐਕਟ ਦਾ ਜਿਹੜਾ ਦਾਰੂ ਦਾ ਜਿਹੜਾ ਇਹਦੇ ਉੱਤੇ ਪਰਚਾ ਦਰਜ ਆ, ਤੇ ਇਹ ਜ਼ਮਾਨਤ ਦੇ ਉੱਤੇ ਜਿਹੜਾ ਇਹ ਬਾਹਰ ਆਇਆ ਹੋਇਆ ਵਾ।
ਹੁਣ ਇੱਥੇ ਮੈਂ ਇਹ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਮੈਂ ਇਹਨਾਂ ਦੀ, ਚਲੋ ਮੈਂ ਲੋਕਡਾਊਨ ਦੇ ਵਿੱਚ ਮੈਂ ਕਹੂੰਗਾ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਿ ਇਸ ਪਰਿਵਾਰ ਨੂੰ ਮੇਰਾ ਛੋਟਾ ਭਰਾ ਘਰੇ ਜਾ ਕੇ 10,000 ਰੁਪਇਆ ਦੇ ਕੇ ਵੀ ਆਇਆ ਵੀ ਭਾਈ ਜੇ ਤੇਰੇ ਤੇ ਇਦਾਂ ਤਾਂ ਹੱਲ ਹੈ। ਪਰ ਇਹਦੇ ਉੱਤੇ ਜੇ ਮੈਂ ਇਹਦੀ ਕਿਤੇ ਨਾ ਕਿਤੇ ਮਦਦ ਕਰਦਾ ਤੇ ਲੋਕਾਂ ਨੇ ਮੈਨੂੰ ਇਹ ਕਹਿਣਾ ਸੀ ਵੀ ਇਹ ਤਾਂ ਜੀ ਕ੍ਰਾਈਮ ਨੂੰ, ਜਿਹੜਾ ਕੋਈ ਕ੍ਰਾਈਮ ਕਰ ਰਿਹਾ ਉਹਨੂੰ ਬੜਾਵਾ ਦੇਣ ਲਈ ਉਹਨੂੰ ਸ਼ਹਿ ਦੇ ਰਿਹਾ ਵਾ। ਤੇ ਬਾਕੀ ਗੱਲ ਇਹ ਹੈ ਕਿ ਜੇ ਉਹਨਾਂ ਦੀ ਮਦਦ ਕੀਤੀ ਫਿਰ ਲੋਕਾਂ ਨੇ ਇਹ ਕਹਿਣਾ ਸੀਗਾ ਕਿ ਇਹ ਤਾਂ ਹੁਣ ਜੇ ਪੈਸਾ ਆਇਆ ਬਜ਼ੁਰਗਾਂ ਲਈ ਤੇ ਇਹ ਤਾਂ ਆਪਣੇ ਨੇ ਪਰਿਵਾਰ ਨੂੰ ਜਾਂ ਰਿਸ਼ਤੇਦਾਰਾਂ ਨੂੰ ਇਹਨੂੰ ਤਾਂ ਰਜਾਉਣਾ ਸ਼ੁਰੂ ਕਰ ਦਿੱਤਾ। ਤੇ ਬਾਕੀ ਉਹਨੂੰ ਜਿਹੜਾ ਕਿਤੇ ਮੇਰੀ ਆਮਣੇ ਸਾਹਮਣੇ ਹੋਈ ਤਾਂ ਮੈਂ ਉਹਦੇ ਨਾਲ ਵੀਡੀਓ ਜ਼ਰੂਰ ਕਰੂੰਗਾ ਕਿ ਅਸੀਂ ਇੱਕ ਨਹੀਂ ਕਈ ਵਾਰ ਉਹਨਾਂ ਨੂੰ ਕਿਹਾ ਕਿ ਤੁਸੀਂ, ਤੁਹਾਨੂੰ ਭਾਈ ਅਸੀਂ ਇੱਥੇ ਜਗ੍ਹਾ, ਪਰ ਉਹ ਕਹਿੰਦੇ ਕਿ ਅਸੀਂ ਪਿੰਡ ਦੇ ਵਿੱਚ ਰਹਿਣਾ ਹੀ ਨਹੀਂਗਾ। ਪਿੰਡ ਦੇ ਵਿੱਚ ਤਾਂ ਉਹ ਕਹਿੰਦੇ ਅਸੀਂ ਰਹਿਣਾ ਹੀ ਨਹੀਂ ਚਾਹੁੰਦੇ, ਅਸੀਂ ਤਾਂ ਸ਼ਹਿਰ ਦੇ ਵਿੱਚ, ਸ਼ਹਿਰ 'ਚ ਹੁਣ ਇੰਨੀ ਮਹਿੰਗੀ ਜਗ੍ਹਾ ਮੈਂ ਕਿੱਥੋਂ ਲੈ ਕੇ ਤੇ ਇਹਨਾਂ ਨੂੰ ਕਿੱਥੋਂ ਘਰ ਬਣਾ ਕੇ ਦੇ ਦੇਵਾਂ। ਵੀਰ ਜੀ ਪਰ ਇਹ ਸਾਰੀਆਂ ਤੁਹਾਡੀਆਂ ਘਰੇਲੂ ਗੱਲਾਂ ਨੇ, ਅਸੀਂ ਕੋਈ ਵੀ ਇਹਦੇ ਬਾਬਤ ਪਹਿਲਾਂ ਨਹੀਂ ਸੀ ਜਾਣਦਾ, ਪਰ ਇਹ ਗੱਲਾਂ ਵਿੱਚੋਂ ਨਿਕਲੀਆਂ ਨਾ ਹੀ ਸਾਡੀ ਕੋਈ ਦਿਲਚਸਪੀ ਸੀ ਕਿ ਅਸੀਂ ਤੁਹਾਡੀਆਂ ਪਰਿਵਾਰਕ ਗੱਲਾਂ ਕਰੀਏ ਜੀ, ਪਰ ਇਹ ਗੱਲਾਂ ਵਿੱਚੋਂ ਨਿਕਲੀਆਂ ਨੇ, ਇਹਨਾਂ ਗੱਲਾਂ ਦਾ ਕਰਕੇ ਹੀ ਤੁਹਾਡੇ ਉੱਪਰ ਦੋਸ਼ ਲੱਗ ਰਹੇ ਨੇ। ਸੋ ਇਹ ਕੀ ਗੱਲ ਹੈ ਵੀ ਘਰੇਲੂ ਗੱਲ ਵੀ ਜਿਹੜੀ ਆ ਉਹ ਨਿਕਲ ਕੇ ਲੋਕਾਂ ਦੇ ਸਾਹਮਣੇ ਆ ਗਈ, ਰਿਸ਼ਤੇਦਾਰ ਵੀ ਖਿਲਾਫ ਹੋਈ ਜਾਂਦੇ ਆ। ਦੇਖੋ ਜੀ ਇਹ ਅੱਜ ਜਿਹੜਾ ਦੌਰ ਚੱਲ ਰਿਹਾ ਵਾ ਕਰੋਨਾ ਕਰਕੇ ਕਿਸੇ ਕੋ ਕੁਛ ਹੈ ਨਹੀਂ, ਇਹਨਾਂ ਸਾਰਿਆਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਪੈ ਰਹੇ ਆ ਬਾਹਰੋਂ। ਹੁਣ ਰਾਮ ਸਿੰਘ ਨੇ ਆਪਣੇ ਮੂੰਹੇ ਕਹਿਤਾ ਕਿ ਬਘੇਲ ਸਿੰਘ ਨੇ ਮੈਨੂੰ ਜਿਹੜਾ 5,000 ਰੁਪਇਆ ਦਿੱਤਾ ਰਾਸ਼ਨ ਵਾਸਤੇ, ਤੁਸੀਂ ਵੀਡੀਓ ਚੈੱਕ ਕਰ ਲਿਓ। ਤੇ ਅੱਛਾ ਜਿਹੜੀ ਹੁਣ ਹੋਰ ਕਿੰਨੀਆਂ ਮਾਵਾਂ ਨੇ ਜਿਹੜੀਆਂ ਰੋਡ ਰਹੀਆਂ, ਮੈਂ ਦਿਖਾ ਦਿੰਦਾ, ਉਹਨਾਂ ਦੇ ਅਕਾਊਂਟਾਂ ਦੇ ਵਿੱਚ ਬਘੇਲ ਸਿੰਘ ਨੇ 5,000 ਰੁਪਇਆ ਕਿਉਂ ਨਹੀਂ ਪਾਇਆ? ਉਹ ਵੀ ਤਾਂ ਰੋਟੀ ਤੋਂ ਮੁਹਤਾਜ ਨੇ, ਉਹਨਾਂ ਨੇ ਕਿਉਂ ਨਹੀਂ ਦਿੱਤਾ? ਪਰ ਇਹ ਹੈ ਕਿ ਜਿਹਨੇ ਗਲਤ ਬੋਲਣਾ ਉਹਨੂੰ ਪੈਸੇ ਦੇ ਕੇ ਤੇ ਜਿਹੜਾ ਗਲਤ ਬੁਲਵਾ ਦੋ ਗੋਲਡੀ ਦੇ ਖਿਲਾਫ। ਜਾਣੀ ਕਿ ਇਸ ਤਰ੍ਹਾਂ ਦੀ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ। ਅਸੀਂ ਨਾ ਸਾਡਾ ਜੀ ਕਰਦਾ ਵੀ ਤੁਹਾਡੇ ਕੋਲੋਂ ਸਹੁੰ ਪਵਾਈਏ ਇੱਥੇ, ਪਰ ਫਿਰ ਅਸੀਂ ਕਹਿੰਦੇ ਵੀ ਸਹੁੰ ਝੂਠੀ ਪਾ ਕੇ ਤਾਂ ਸਰਕਾਰਾਂ ਬਣ ਜਾਂਦੀਆਂ, ਫਿਰ ਅਸੀਂ ਸਹੁੰ ਪਵਾ ਕੇ ਵੀ ਕੀ ਕਰਾਂਗੇ? ਕਿਉਂਕਿ ਸਹੁੰ ਤਾਂ 3.5 ਸਾਲ ਪਹਿਲਾਂ ਵੀ ਪਈ ਸੀ ਕਿ ਨਸ਼ੇ ਖਤਮ ਕਰ ਦਿਆਂਗੇ, ਪਰ ਹੋਏ ਨਹੀਂ ਹਾਲੇ ਤੱਕ। ਸੋ ਸਹੁੰ ਦਾ ਕੋਈ ਮਤਲਬ ਇੱਥੇ ਰਹਿ ਨਹੀਂ ਜਾਂਦਾ। ਪਰ ਜੇ ਤੁਸੀਂ ਯਕੀਨ ਦਿਵਾਉਣਾ ਹੋਵੇ ਲੋਕਾਂ ਨੂੰ ਇਸ ਮੰਚ ਦੇ ਉੱਤੇ, ਕੀ ਕਹਿਣਾ ਚਾਹੋਗੇ ਵੀ ਭਾਈ ਮੈਂ ਇਹੋ ਜਿਹਾ ਨਹੀਂ, ਜਾਂ ਤੁਹਾਡੇ ਕੋਲੋਂ ਜਿਹੜੀ ਵੀ ਗਲਤੀ ਹੋਈ ਹੈ ਤੁਹਾਨੂੰ ਵੱਧ ਪਤਾ ਹੋਊਗਾ, ਸਾਨੂੰ ਨਹੀਂ ਪਤਾ, ਤੁਹਾਡੇ ਮਾਪਿਆਂ ਨੂੰ, ਤੁਹਾਡੇ ਭੈਣ ਭਾਈਆਂ ਨੂੰ ਵੀ ਨਹੀਂ ਪਤਾ ਹੁੰਦਾ, ਮੈਨੂੰ ਤਾਂ ਮੇਰੇ ਬਾਰੇ ਪਤਾ ਕਿ ਮੈਂ ਕਿੱਥੇ ਕਿੱਥੇ ਗਲਤ ਆ, ਇਹਨਾਂ ਨੂੰ ਇਹਨਾਂ ਬਾਰੇ ਪਤਾ ਹੋਊਗਾ, ਅਸੀਂ ਕਿਸੇ ਕੋਲੇ ਮੰਨੀਏ ਜਾਂ ਨਾ ਮੰਨੀਏ। ਉਦਾਂ ਤੁਸੀਂ ਜਦੋਂ ਸਵੈ ਚਿੰਤਨ ਕਰਦੇ ਆ ਮਹਿਸੂਸ ਹੁੰਦਾ ਵੀ ਗੋਲਡੀ ਸਿਆਂ ਤੂੰ ਫਲਾਣੀ ਫਲਾਣੀ ਥਾਂ ਦੇ ਉੱਤੇ ਗਲਤ ਹੈਗਾ। ਜੀ ਦੇਖੋ, ਮੈਂ ਸਭ ਤੋਂ ਵੱਡੀ ਗਲਤੀ ਤਾਂ ਮੈਂ ਇਹੀ ਕਹੂੰਗਾ ਕਿ ਮੈਨੂੰ ਥੋੜੇ ਸਮੇਂ ਬਾਅਦ ਜਿਵੇਂ ਸੇਵਾ ਸਟਾਰਟ ਕੀਤੀ ਸੀ ਤਾਂ ਮੈਨੂੰ ਥੋੜੇ ਸਮੇਂ ਬਾਅਦ ਹੀ ਜਿਹੜੀ NGO ਜਿਹੜੀ ਉਹ ਰਜਿਸਟਰਡ ਕਰਵਾ ਲੈਣੀ ਚਾਹੀਦੀ ਸੀ। ਪਰ ਮੈਨੂੰ ਦੇਖੋ, ਮੈਨੂੰ ਇਹ ਲੱਗਦਾ ਸੀਗਾ ਕਿ ਜੇ ਅਸੀਂ ਸੇਵਾ ਕਰਨੀ, ਮੇਰਾ ਅੰਦਰੋਂ ਦਿਲ ਇਹ ਕਹਿੰਦਾ ਸੀ ਜੇ ਅਸੀਂ ਸੇਵਾ ਕਰਨੀ ਆ ਤੇ ਉਹਦਾ ਕੋਈ ਜ਼ਰੂਰੀ ਨਹੀਂ ਹੈਗਾ ਕਿ ਵੀ ਇਹ ਰਜਿਸਟਰ ਹੋਣੀ ਜ਼ਰੂਰੀ। ਕੋਈ ਹੁਣ ਮੇਰੇ ਸਾਹਮਣੇ ਕੋਈ ਬੰਦਾ ਤੜਫਦਾ ਪਿਆ, ਜੇ ਕਿਸੇ ਦੀ ਛੱਤ ਡਿੱਗੀ ਆ ਤਾਂ ਮੈਂ ਉਹਨੂੰ ਚੱਕਣ ਦੀ ਬਜਾਏ ਪਹਿਲਾਂ ਇਹ ਥੋੜਾ ਕਹੂੰਗਾ ਜੀ ਪਹਿਲਾਂ ਮੈਂ ਆਪਣੀ NGO ਰਜਿਸਟਰਡ ਕਰਵਾ ਲਾਂ। ਇਹ ਤਾਂ ਹੀ ਇੱਕ ਇਨਸਾਨੀਅਤ ਦੇ ਨਾਤੇ ਸੇਵਾ ਕੀਤੀ, ਕਿਉਂਕਿ ਮੈਂ ਇੱਕ ਗੌਰਮੈਂਟ ਸਰਵਿਸ ਮੈਂ ਗੌਰਮੈਂਟ ਅਪਲਾਈ, ਮੈਂ ਇੰਨੀ ਛੇਤੀ NGO ਜਿਹੜੀ ਮੈਂ ਖੁਦ ਜਿਹੜੀ ਰਜਿਸਟਰਡ ਵੀ ਨਹੀਂ ਕਰਵਾ ਸਕਦਾ ਸੀਗਾ। ਤੇ ਇਹਦੇ ਉਸ ਵਿਸ਼ੇ ਦੇ ਉੱਤੇ ਸਾਡੀ ਇਹ ਜੇ ਗੱਲ ਚੱਲ ਰਹੀ ਸੀ, ਕਿਉਂਕਿ 1 ਸਾਲ ਤਾਂ ਇਹ ਜੇ ਸਾਨੂੰ ਹੋਇਆ ਵਾ ਸੇਵਾ ਕਰਦੇ ਨੂੰ। ਕੋਵਿਡ ਦੇ ਵਿੱਚ ਹੀ ਜਿਹੜੀ ਅਸੀਂ ਵੱਧ ਸੇਵਾ ਕੀਤੀ, ਇਸ ਤੋਂ ਪਹਿਲਾਂ ਤਾਂ ਤੁਸੀਂ ਦੇਖ ਲਓ ਜਾ ਕੇ ਅਸੀਂ ਫੂਡ ਹੀ ਬਜ਼ੁਰਗਾਂ ਨੂੰ ਦਿੰਦੇ ਸੀ। ਇੰਨੀ ਵੱਡੀ ਕੋਈ ਸਾਡੀ ਸੇਵਾ ਨਹੀਂ ਸੀ। ਜਿਹੜਾ ਵੀ ਕੰਮਕਾਜ ਇਸ ਵੇਲੇ ਕਰ ਰਹੇ ਆ ਇਹਨੂੰ ਲਗਾਤਾਰ ਜਾਰੀ ਰੱਖੋਗੇ ਜਾਂ ਇਸ ਵਿਵਾਦ ਤੋਂ ਬਾਅਦ ਛੱਡ ਦਿਓਗੇ? ਨਹੀਂ ਦੇਖੋ, ਮੈਂ ਹੁਣ ਇੱਥੇ ਸੰਗਤ ਨੂੰ ਸਾਰੀ ਨੂੰ ਦੱਸ ਦੇਣਾ ਚਾਹੁੰਦਾ ਕਿ ਪਹਿਲਾਂ ਮੇਰਾ ਬੜਾ ਮਨ ਦੁਖੀ ਹੋਇਆ। ਪਹਿਲਾਂ ਜਦੋਂ ਸ਼ੁਰੂਆਤੀ ਟਾਈਮ ਦੇ ਵਿੱਚ ਏਦਾਂ ਮਾੜਾ ਚੰਗਾ ਲੋਕ ਬੋਲਣ ਲੱਗੇ ਸਾਰੇ, ਤੇ ਫਿਰ ਮੈਨੂੰ ਏਦਾਂ ਹੋਇਆ ਕਿ ਵੀਰੇ ਕੀ ਆਪਣੇ ਆਪ ਮਨ ਨੂੰ ਕਿਹਾ ਵੀ ਕੀ ਮਿਲਿਆ? ਰਾਤਾਂ ਝਾਕੀਆਂ, ਸਾਰਾ ਦਿਨ ਧੁੱਪੇ ਫਿਰ ਕੇ ਇੰਨੀ ਸੇਵਾ ਕੀਤੀ ਵੀ ਲਾਸਟ ਤੇ ਕਿ ਮੇਰੀਆਂ ਲਾਹਣਤਾਂ। ਪਰ ਫਿਰ ਮੈਨੂੰ ਹੌਲੀ ਹੌਲੀ ਜਿਹੜੀ ਇਹ ਸਮਝ ਆਉਣ ਲੱਗ ਗਈ ਕਿ ਇਹ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਸੀ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਪਿੱਛੇ ਕੀਤਾ ਜਾਵੇ। ਪਰ ਮੈਂ ਪੂਰੇ ਵਾਅਦੇ ਨਾਲ ਸੰਗਤ ਨੂੰ ਕਹੂੰਗਾ ਕਿ ਸੇਵਾ ਤਾਂ ਨਹੀਂ ਮੈਂ ਬੰਦ ਕਰਨੀ। ਠੀਕ ਹੈ ਜੀ। ਹੁਣ ਮੈਂ ਦੇਖੋ, ਮੇਰੇ CP ਸਾਹਿਬ ਨੇ ਮੈਨੂੰ ਬੁਲਾਇਆ ਸੀ, ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੇ, ਬੜੀ ਮੈਂ ਇੱਕ ਸਾਡੇ ਸੀਨੀਅਰ ਅਫਸਰ ਨੇ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ, ਪਰ ਉਹਦੇ ਨਾਲ ਉਹ ਬੜੇ ਕਾਬਿਲ ਅਫਸਰ ਵੀ ਨੇ ਜੀ। ਬੜਾ ਉਹਨਾਂ ਨੇ ਬੁਲਾ ਕੇ ਮੈਨੂੰ ਪਿਆਰ ਨਾਲ ਸਮਝਾਇਆ ਸੀ ਕਿ ਤੁਸੀਂ ਇੱਕ ਪ੍ਰੋਪਰ ਤਰੀਕੇ ਨਾਲ ਤੁਸੀਂ ਆਪਣਾ NGO ਰਜਿਸਟਰਡ ਕਰਵਾਓ, ਔਰ ਜਿਹੜੀ ਵੀ ਤੁਸੀਂ ਕੋਈ ਪੇਮੈਂਟ ਕਰਨੀ ਆ ਤੇ ਉਹਦੀ ਤੁਸੀਂ ਚੈੱਕ ਥਰੂ ਕਰੋ। ਉਸ ਤੋਂ ਬਾਅਦ ਮਹੀਨੇ ਬਾਅਦ 2 ਮਹੀਨੇ ਬਾਅਦ ਉਹਦਾ ਪ੍ਰੋਪਰ ਤਰੀਕੇ ਨਾਲ ਸੰਗਤ ਨੂੰ ਹਿਸਾਬ ਦਿਓ, ਤਾਂ ਜੋ ਕੱਲ ਨੂੰ ਕੋਈ ਇਨਸਾਨ ਤੁਹਾਡੇ ਉੱਤੇ ਜਿਹੜੀ ਉਂਗਲ ਨਾ ਚੱਕ ਸਕੇ। ਤੇ ਹੁਣ ਅਸੀਂ ਉਸ ਅਫਸਰ ਦੇ ਕਹਿਣ ਦੇ ਉੱਤੇ ਜਿਹੜੀ ਅਸੀਂ ਆਪਣਾ ਜਿਹੜਾ ਪ੍ਰੋਪਰ ਤਰੀਕੇ ਨਾਲ ਇੱਕ NGO ਰਜਿਸਟਰ ਕਰਾਵਾਂਗੇ, ਅਕਾਊਂਟ ਹੋਊਗਾ, ਸੰਗਤ ਨੂੰ ਦੇਵਾਂਗੇ। ਉਸ ਤੋਂ ਬਾਅਦ
ਜਿਹੜਾ ਉਹ ਚੈੱਕ ਥਰੂ ਜਿਹੜੀ ਪੇਮੈਂਟ ਕਰਾਂਗੇ, ਤਾਂ ਜੋ ਕੱਲ ਨੂੰ ਕੋਈ ਸਾਨੂੰ ਜਿਹੜਾ ਕੋਈ ਗਲਤ ਉਂਗਲ ਨਾ ਸਾਡੇ ਉੱਤੇ। ਪਰਿਵਾਰਕ ਜੀ ਇਸ ਫੈਸਲੇ ਦੇ ਨਾਲ ਤੁਹਾਡੇ ਨਾਲ ਖੜੇ ਨੇ ਕਿ ਹਾਲੇ ਵੀ ਸੇਵਾ ਜਾਰੀ ਰੱਖੋਗੇ, ਕਿਉਂਕਿ ਉਹਨਾਂ ਨੂੰ ਵੀ ਇਹ ਸੇਵਾ ਕਰਨ ਦਾ ਕਰਕੇ ਬਹੁਤ ਕੁਝ ਸੁਣਨਾ ਪਿਆ। ਬਹੁਤ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਨੂੰ ਬਹੁਤ ਜ਼ਿਆਦਾ ਜਿਹੜਾ ਘਰੋਂ ਮਤਲਬ ਕਿ ਮਾੜਾ ਚੰਗਾ ਕਰਦੇ ਕਹਿੰਦੇ ਆ ਕਿ ਨਹੀਂ ਤੂੰ ਕੀ ਮਿਲਿਆ, ਹਨਾ ਵੀ ਕਿਤੇ ਕਿਤੇ ਮਾਨਸਿਕ ਪਰੇਸ਼ਾਨੀ ਬਹੁਤ ਜ਼ਿਆਦਾ। ਮਾਤਾ ਮੇਰੀ ਦੇਖੋ ਜਦੋਂ ਮੈਂ ਘਰੋਂ ਨਿਕਲਦਾ ਤੇ ਉਹ ਸਾਰਾ ਦਿਨ ਵਿਚਾਰੀ ਦੇਖਦੀ ਰਹਿੰਦੀ ਆ ਸੜਕਾਂ ਵੀ ਕਦੋਂ ਆਉਂਦਾ, ਕਿਉਂਕਿ ਹਾਲਾਤ ਇਦਾਂ ਦੇ ਚੱਲ ਰਹੇ ਆ ਜੀ। ਤੇ ਹੋਇਆ ਤਾਂ ਹੈ ਦੁੱਖ, ਪਰ ਮੈਂ ਉਹਨਾਂ ਨੂੰ ਕਹਿਣਾ ਕਿ ਜੇ ਮੈਂ ਬੰਦ ਕਰ ਦਿੱਤਾ, ਚਲੋ ਮੈਂ ਇਹ ਨਹੀਂ ਮੈਂ ਕਹੂੰਗਾ ਵੀ ਮੇਰੇ ਕਰਕੇ ਸਾਰਾ ਕੁਝ ਹੋ ਰਿਹਾ, ਕਿਉਂਕਿ ਮੈਂ ਜਦੋਂ ਪਹਿਲਾਂ ਸੇਵਾ ਨਹੀਂ ਕਰਦਾ ਸੀ ਉਦੋਂ ਵੀ ਤਾਂ ਸਾਰਾ ਕੁਝ ਹੋ ਹੀ ਰਿਹਾ ਸੀਗਾ ਜੀ। ਜਿਸ ਇਨਸਾਨ ਨੂੰ ਪ੍ਰਮਾਤਮਾ ਨੇ ਧਰਤੀ ਤੇ ਭੇਜਿਆ, ਅੰਨ ਪਾਣੀ ਉਹਦਾ ਪ੍ਰਮਾਤਮਾ ਨੇ ਲਿਖ ਕੇ ਭੇਜਿਆ ਜੇ ਆਇਆ ਧਰਤੀ ਤੇ। ਪਰ ਫਿਰ ਵੀ ਇਹ ਕਹਿੰਦੇ ਕਿ ਜੇ ਅਸੀਂ ਕਿਤੇ ਜਰੀਆ ਬਣਦੇ ਆ ਅਸੀਂ ਉਸ ਕਾਰਜ ਨੂੰ ਕਰਨ ਦੇ ਵਿੱਚ, ਤਾਂ ਮੈਨੂੰ ਉਹ ਕਾਰਜ ਜਿਹੜਾ ਤੁਹਾਡੀ ਮਿੱਤਰ ਮੰਡਲੀ ਦੇ ਵਿੱਚੋਂ ਕਿੰਨੇ ਸਾਥੀ ਤੁਹਾਨੂੰ ਛੱਡ ਗਏ ਇਹਨਾਂ ਵਿਵਾਦਾਂ ਤੋਂ ਬਾਅਦ? ਦੇਖੋ ਜੀ, ਛੱਡਿਆ ਨਹੀਂ ਕਿਸੇ ਨੇ ਵੀ, ਗੱਲਬਾਤ ਹੈ। ਪਰ ਮੈਨੂੰ ਦੁੱਖ ਇਸ ਗੱਲ ਦਾ ਲੱਗਦਾ ਕਿ ਜਿਸ ਸਾਥੀ ਨੇ ਕਿਤੇ ਸੇਵਾ ਵਾਲੀ ਵੀਡੀਓ ਸ਼ੇਅਰ ਨਹੀਂ ਸੀ ਕੀਤੀ, ਪਰ ਅੱਜ ਉਹ ਨੈਗੇਟਿਵਿਟੀ ਜਿਹੜੀ ਹੈ ਵੀਡੀਓ ਕਿਉਂ ਸ਼ੇਅਰ ਕਰ ਰਿਹਾ ਵਾ ਜੀ। ਤੇ ਜੇ ਕੋਈ ਮਤਲਬ ਕਿ ਕਿਸੇ ਜਿਹੜੇ ਸਾਡੇ ਨਾਲ ਸੇਵਾ ਕਰਨ ਜਾਂਦੇ ਹੁੰਦੇ ਸੀਗੇ ਹਨਾ, ਤੇ ਉਹਦੇ ਨਾਲ ਜੇ ਕਿਸੇ ਨੇ ਮੇਰੇ ਨਾਲ ਉਹਦੀ ਫੋਟੋ ਪੈ ਗਈ ਤਾਂ ਉਹਨੂੰ ਕਹਿ ਦੇਣਾ ਕਿ ਯਾਰ ਮੈਂ ਫੋਟੋ ਨਹੀਂ, ਹੁਣ ਜਾਨੀ ਸਮਾਂ ਦੇਖੋ ਕਿੱਦਾਂ ਦਾ ਵੀ ਮੈਂ ਉਹਦੇ ਨਾਲ ਜਿਹੜੀ ਹੁਣ ਫੋਟੋ ਨਹੀਂ ਪਾਉਣੀ ਗੋਲਡੀ, ਵੀ ਉਹ ਤਾਂ ਬਹੁਤ ਜ਼ਿਆਦਾ ਲੋਕ ਉਹਨੂੰ ਮਾੜਾ ਚੰਗਾ ਬੋਲ ਰਹੇ। ਇਸ ਚੀਜ਼ ਦਾ ਮੈਨੂੰ ਥੋੜਾ ਜਿਹਾ ਦੁੱਖ ਲੱਗਿਆ ਕਿ ਮਤਲਬ ਕਿ ਦੁਨੀਆ ਏਦਾਂ ਦੀ ਆ ਵੀ ਜੇ ਮਾੜਾ ਸਮਾਂ ਤੇ ਮਿੰਟ 'ਚ ਜਿਹੜਾ ਪਿੱਛੇ ਹਟ ਜਾਂਦੇ, ਪੈਰ ਛੱਡ ਜਾਂਦੇ। ਕਿਸੇ ਸਮਾਜ ਸੇਵੀ ਨੇ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਵੀ ਕੋਈ ਗੱਲ ਨਹੀਂ, ਦੋਸ਼ ਲੱਗਦੇ ਹੁੰਦੇ ਨੇ, ਸਾਡੇ ਤੇ ਵੀ ਲੱਗੇ ਸੀ, ਜਾਂ ਲੋਕ ਐਵੇਂ ਹੀ ਕਹਿੰਦੇ ਹੁੰਦੇ ਆ ਵੀ ਤੁਸੀਂ ਡਟੇ ਰਹੋ, ਕਿਸੇ ਸਮਾਜ ਸੇਵੀ ਨੇ ਤੁਹਾਡਾ ਹੌਸਲਾ ਵਧਾਇਆ ਹੋਵੇ? ਹਾਂਜੀ, ਮੈਂ ਮਨੁੱਖਤਾ ਦੀ ਸੇਵਾ ਮਿੰਟੂ ਭਾਜੀ ਹੁਣਾਂ ਨੂੰ ਅਸੀਂ ਬਹੁਤ ਆਪਣਾ ਰੱਬ ਸਮਝਦੇ ਹਾਂ, ਅਨਮੋਲ ਭਾਜੀ ਹੁਣ ਜਿਨ੍ਹਾਂ ਨੂੰ ਦੇਖ ਕੇ ਅਸੀਂ ਲੱਗੇ ਆ, ਤੇ ਉਹ ਵੀ ਭਾਜੀ ਹੁਣਾਂ ਦਾ ਬਸ ਇਹੀ ਇੱਕ ਸਵਾਲ ਆ ਕਿ ਭਾਈ ਹੁਣ ਚੁੱਪ ਰਹਿ ਕੇ ਸਮਾਂ ਕੱਢ ਲਓ ਇੱਕ ਵਾਰੀ, ਉਸ ਤੋਂ ਬਾਅਦ ਜਿਹੜਾ ਆਪਣਾ ਸਾਰਾ ਹਿਸਾਬ ਇਹਨਾਂ ਦੇ ਸਾਹਮਣੇ ਜਿਹੜਾ ਜਨਤਕ ਕਰਿਓ ਜਨਤਾ, ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੀ ਜਿਹੜੀ NGO ਬਣਾ ਕੇ ਤੇ ਪ੍ਰੋਪਰ ਤਰੀਕੇ ਨਾਲ ਜਿਹੜਾ ਚੈਨਲ ਉਹ ਤੁਸੀਂ ਚਲਿਓ। ਤਾਂ ਵੈਸੇ ਤੁਹਾਡੇ ਕੋਲੇ ਇਹ ਲਿਖਿਆ ਹੋਇਆ ਸਾਰਾ ਕੁਝ ਵੀ ਭਾਈ ਇੰਨੀ ਤਰੀਕ ਨੂੰ ਇੰਨੇ ਜੀ? ਬਿਲਕੁਲ ਮੈਂ ਇੰਨੇ ਫਲਾਣੇ ਦੇਸ਼ ਦੇ ਵਿੱਚੋਂ ਇੰਨੇ ਪੈਸੇ ਭੇਜੇ, ਉਹ ਤੁਹਾਡੇ ਕੋਲੇ ਕੋਈ ਰਜਿਸਟਰ ਕੋਈ ਕਾਪੀ ਲਾਈ ਹੋਈ ਹੈ? ਜੀ ਬਿਲਕੁਲ, ਮੈਂ ਸੰਗਤ ਨੂੰ ਦੱਸ ਦਿੰਦਾ ਕਿ ਜਿਹੜਾ ਕਮਰਿਆਂ ਵਾਲਾ ਉਹਦੀ ਮੇਰੇ ਕੋਲ ਅਲੱਗ ਡਾਇਰੀ ਲੱਗੀ ਹੋਈ ਆ ਵੀ ਆਹ ਤਰੀਕ ਨੂੰ ਇੱਥੇ ਅਸੀਂ ਕਮਰਾ ਬਣਾਉਣਾ ਸ਼ੁਰੂ ਕੀਤਾ ਸੀ, ਇੰਨੀ ਤਰੀਕ ਨੂੰ ਸਰਪੰਚ ਸਾਹਿਬ ਨੂੰ ਇੰਨੇ ਪੈਸੇ ਦਿੱਤੇ, ਇੰਨੇ ਦਿੱਤੇ। ਉਸ ਤੋਂ ਬਾਅਦ ਜਿਹਨੇ ਘਰਾਂ ਦੇ ਵਿੱਚ ਰਾਸ਼ਨ ਦਿੱਤਾ ਵਾ ਜਾਂ ਜਿਨ੍ਹਾਂ ਦੇ ਅਸੀਂ 10,000 20,000 ਦੀ ਏਦਾਂ ਸੇਵਾ ਕਰ ਦਿੰਦੇ ਸੀ, ਮਤਲਬ ਉਹ ਜਿਹੜਾ ਉਹ ਅਸੀਂ ਅਲੱਗ ਲਿਖਿਆ ਨਾ ਕਿ ਮੇਰੀਆਂ ਵੀਡੀਓ ਪਈਆਂ ਹੋਈਆਂ ਨੇ ਜੀ, ਵੀਡੀਓ ਤੇ ਨਹੀਂ ਝੂਠ ਬੋਲਦੀਆਂ ਜੀ। ਜਿਨ੍ਹਾਂ ਲੋਕਾਂ ਦੀ ਤੁਸੀਂ ਮਦਦ ਕੀਤੀ ਹੈ, ਜਿਨ੍ਹਾਂ ਲੋਕਾਂ ਨੇ ਤੁਸੀਂ ਕਹਿੰਦੇ ਹੋ ਅਸੀਂ ਘਰ ਪਾ ਕੇ ਦਿੱਤੇ ਨੇ, ਕੀ ਇਸ ਵਿਵਾਦ ਤੋਂ ਬਾਅਦ ਉਹਨਾਂ ਲੋਕਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਕੱਲ ਨੂੰ ਲੋੜ ਪਏ ਤਾਂ ਅਸੀਂ ਤੁਹਾਡੇ ਹੱਕ 'ਚ ਬੋਲਾਂਗੇ ਵੀ ਨਹੀਂ ਭਾਈ ਇਹਨੇ ਸਾਡਾ ਘਰ ਪਾ ਕੇ ਦਿੱਤਾ, ਸਾਡੇ ਲਈ ਗੋਲਡੀ ਖੜਿਆ ਸੀ? ਹਾਲੇ ਤੱਕ ਕਿਸੇ ਦੀ ਵੀਡੀਓ ਇਦਾਂ ਦੀ ਸਾਹਮਣੇ ਆਈ ਨਹੀਂ, ਮੈਂ ਤਾਂ ਨਹੀਂ ਦੇਖੀ, ਹੋ ਸਕਦਾ ਮੇਰੇ ਸਾਹਮਣੇ ਦੀ ਨਾ ਲੰਗੀ ਹੋਵੇ ਵੀ ਜਿਹਨੇ ਕਿਹਾ ਹੋਵੇ ਵੀ ਜੀ ਕਿ ਅਸੀਂ ਗੋਲਡੀ ਪੀਪੀ ਨੂੰ ਦੁੱਧ ਧੋਤਾ ਸਮਝਦੇ ਆ ਤੇ ਉਹਨੇ ਸਾਡੀ ਬਹੁਤ ਮਦਦ ਕੀਤੀ ਹੈ ਤੇ ਉਹਨੇ ਕੋਈ ਹੀਰਾਫੇਰੀ ਨਹੀਂ ਕੀਤੀ। ਕੋਈ ਇਦਾਂ ਦਾ ਵੀ ਕੁਝ ਹੋ ਰਿਹਾ ਕਿ ਨਹੀਂ? ਨਹੀਂ, ਦੇਖੋ ਮੈਂ ਇੱਥੇ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਮੋਸਟਲੀ ਜਿਨ੍ਹਾਂ ਦੀ ਅਸੀਂ ਹੈਲਪ ਕੀਤੀ ਉਹ ਬਜ਼ੁਰਗ ਨੇ ਜੀ। ਕਈਆਂ ਵਿਚਾਰੇ ਨੂੰ ਅੱਖਾਂ ਤੋਂ ਨਹੀਂ ਦਿਖਦਾ, ਉਹ ਕਈ ਵਿਚਾਰੇ ਤੁਰ ਮਸਾ ਸਕਦੇ, ਉਹਨਾਂ ਕੋਲ ਫੋਨ ਕਿੱਥੋਂ ਆ ਗਏ, ਉਹਨਾਂ ਦਾ ਧੀ ਪੋਤੀ ਹੈ ਨਹੀਂਗਾ, ਉਹਨਾਂ ਨੂੰ ਨਹੀਂ ਪਤਾ। ਕਈ ਵਾਰੀ ਉਹਨਾਂ ਕੋਲ ਜਾ ਕੇ ਜਾਈਦਾ, ਜਦੋਂ ਅਸੀਂ ਹੁਣ ਮੈਂ ਪਿੱਛੇ ਜੇ ਗਿਆ ਤੇ ਮੈਨੂੰ ਕਹਿੰਦੇ ਪੁੱਤ ਇੰਨਾ ਲੇਟ ਕਿਉਂ ਹੋਏ ਆ, ਹਨਾ ਵੀ ਆਇਆ ਕਿਉਂ ਨਹੀਂ, ਤੇ ਕਹੀਦਾ ਕਿ ਮਾਤਾ ਜੀ ਵੀ ਆਹ ਵਿਵਾਦ ਚੱਲਦਾ ਪਿਆ ਸੀਗਾ ਹਨਾ ਵੀ ਤਾਂ ਕਰਕੇ ਨਹੀਂ ਪਹੁੰਚ ਹੋਇਆ। ਉਹ ਕਹਿੰਦੇ ਤੇ ਕੋਈ ਗੱਲ ਨਹੀਂ ਪੁੱਤ, ਇਹ ਦੁਨੀਆਦਾਰੀ ਆ, ਇੱਥੇ ਜਿਹੜਾ ਕੋਈ ਕੰਮ ਕਰਦਾ ਤਾਂ ਉਹਨੂੰ ਮਾੜਾ ਚੰਗਾ ਜਿਹੜਾ ਬੋਲਿਆ ਹੀ ਜਾਂਦਾ। ਮੇਰੇ ਸੀਨੀਅਰ ਅਫਸਰ ਨੇ SP ਸਾਹਿਬ ਨੇ, ਤੇ ਮੈਂ ਉਹਨਾਂ ਦੀ ਬੜਾ ਪਿਆਰ ਆ ਮੇਰਾ ਉਹਨਾਂ ਦੇ ਨਾਲ, ਤੇ ਮੈਂ ਉਹਨਾਂ ਕੋਲ ਬੈਠਾ, ਮੈਂ ਕਿਹਾ ਸਾਹਿਬ ਵੀ ਏਦਾਂ ਲੋਕ ਕਹਿ ਰਹੇ, ਕਹਿੰਦੇ ਗੋਲਡੀ ਤੇ ਇਹ ਤਾਂ ਲੋਕ ਜਦੋਂ ਇਦਾਂ ਦੇ ਮਾਰਗ ਤੇ ਆਪਾਂ ਚੱਲਦੇ ਹਾਂ ਤਾਂ ਲੋਕਾਂ ਨੇ ਤੁਹਾਨੂੰ ਵੱਟੇ ਵੀ ਮਾਰਨੇ, ਇਸ ਕਰਕੇ ਨਾ ਵੱਟੇ ਆਪਣੀ ਗੱਡੀ 'ਚ ਹੀ ਰੱਖਿਆ ਕਰ। ਜਿਹੜੀ ਕਿ ਇਸ ਚੀਜ਼ ਨੂੰ ਨਾ ਦੇਖੋ ਵੀ ਸਾਨੂੰ ਲੋਕ ਕੀ ਮਾੜਾ ਚੰਗਾ, ਇਹ ਦੇਖੋ ਕਿ ਜਿਹਦੀ ਹੈਲਪ ਹੋ ਰਹੀ ਆ ਉਹਨੂੰ ਕਿੰਨਾ ਸਕੂਨ ਆ, ਜਾਂ ਜਿਸ ਭੈਣ ਨੂੰ ਜਿਹਨੂੰ ਭਰਾ ਮਿਲ ਜਾਣਾ, ਉਹਦੇ ਵਿਆਹ ਹੋ ਜਾਣਾ ਘਰ, ਉਹਨੂੰ ਕਿੰਨਾ ਸਕੂਨ ਆ। ਜਿਸ ਮਾਂ ਨੂੰ ਅਸੀਂ ਗੱਲ ਵੱਕੜੀ ਲੈ ਲੈਂਦੇ, ਉਹਨੂੰ ਅਹਿਸਾਸ ਕਰਾਉਂਦੇ ਕਿ ਮਾਂ ਕੋਈ ਨਾ, ਜੇ ਤੇਰਾ ਪੁੱਤ ਮਰ ਗਿਆ ਤਾਂ ਕੋਈ ਗੱਲ ਨਹੀਂ, ਅਸੀਂ ਵੀ ਤੇਰੇ ਪੁੱਤ ਆ, ਉਹਨੂੰ ਕਿੰਨਾ ਸਕੂਨ ਮਿਲਦਾ। ਇਸ ਚੀਜ਼ ਵੱਲ ਦੇਖ ਕੇ ਜਿਹੜਾ ਅਸੀਂ ਲਗਾਤਾਰ ਜਿਹੜੀ ਹੁਣ ਸੇਵਾ ਜਾਰੀ ਰੱਖੀ। ਜੇ ਤੁਸੀਂ ਮੋਟਾ ਦੱਸਣਾ ਹੋਵੇ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਕਿੰਨੇ ਕੁ ਪੈਸੇ ਆਏ ਹੋਣਗੇ? ਦੇਖੋ ਰਜਿਸਟਰ ਦੇ ਉੱਤੇ ਲਿਖਿਆ ਹੋਇਆ, ਮੈਂ ਹੁਣ ਇੱਦਾਂ ਕਿੱਦਾਂ ਮੈਂ ਬਿਆਨ ਨਹੀਂ ਕਰ ਪਾ। ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਜਿਹੜੇ 10 ਤੋਂ 15 ਘਰ ਜਿਹੜੇ ਹੋਰ ਸਟਾਰਟ ਕਰ ਦਿੱਤੇ ਜੀ। ਤੇ ਜਿਹੜੇ ਘਰ ਇਸ ਵੇਲੇ ਬਣ ਰਹੇ ਨੇ, ਜਿਹੜੇ ਹਾਲੇ ਪੂਰੇ ਨਹੀਂ ਹੋਏ, ਉਹ ਘਰ ਕਿੱਥੇ ਬਣ ਰਹੇ ਨੇ, ਕੋਈ ਉਹ ਵੇਰਵਾ ਹੈ ਤੁਹਾਡੇ ਕੋਲ? ਹਾਂ ਬਿਲਕੁਲ, ਇੱਕ ਤੇ ਸਾਡਾ ਫਾਜ਼ਿਲਕਾ ਬਣ ਰਿਹਾ, ਉਸ ਬਜ਼ੁਰਗ ਦੇ ਘਰ ਨੀਵਾਂ ਹੋਣ ਕਰਕੇ ਨਾ ਮੈਨੂੰ ਲੱਗਦਾ ਕਿ ਲੱਖ ਪਾਣੀ ਆ ਗਿਆ ਸੀ। ਅੱਛਾ ਜੀ। ਉਹ ਜਦੋਂ ਕੱਚਾ ਘਰ ਸੀਗਾ
ਤੇ ਉਹ ਪਾਣੀ ਗਿਆ ਤੇ ਸਿਮ ਕੇ ਤੇ ਜਿਹੜੀ ਛੱਤ ਸਾਰੀ ਦੀ ਸਾਰੀ ਜਿਹੜੀ ਥੱਲੇ ਡਿੱਗੀ। ਫਾਜ਼ਿਲਕਾ ਬਣ ਰਿਹਾ। ਉਸ ਤੋਂ ਬਾਅਦ ਘੱਲ ਕਲਾਂ ਪਿੰਡ, ਉਹ ਬਜ਼ੁਰਗ ਮਾਤਾ ਸੀ, ਉਹਦੇ ਘਰ ਛੱਤ ਦੇ ਵਿੱਚ ਵੀ ਕਾਨਿਆਂ ਦੀ ਛੱਤ ਸੀ ਤੇ ਮੋਰੇ ਸੀਗੇ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਮਾਤਾ ਜਿਹੜੀ ਵਿਚਾਰੀ ਉਹ ਸਰਕਾਰੀ ਸਕੂਲ ਦੇ ਵਿੱਚ ਇੱਕ ਰਹਿ ਰਹੀ ਸੀ 6 ਸਾਲਾਂ ਤੋਂ। ਉਹ ਮਾਤਾ ਦਾ ਹੁਣ ਜਿਹੜਾ ਘਰ ਬਣ ਗਿਆ, ਲੈਂਟਰ ਪੈ ਗਿਆ, 1-2 ਦਿਨ ਤੱਕ ਉੱਥੇ ਜਿਹੜਾ ਸੀ ਮੂਰਤ ਕਰਾਂਗੇ। ਉਸ ਤੋਂ ਬਾਅਦ ਇੱਕ ਪਾਂਗਲੀਆਂ ਪਿੰਡ ਆ, ਭੱਟੀਆਂ ਪਿੰਡ ਆ, ਤੇ ਇੱਕ ਹੈਗਾ ਵਾ ਤਰਨਤਾਰਨ ਦੇ ਵਿੱਚ 3-4 ਘਰ ਨੇ ਜਿਹੜੇ ਸਾਡੇ ਇਹਦਾ ਬਣ ਰਹੇ ਨੇ, ਕਾਫੀ ਘਰ ਨੇ, ਯਾਨੀ ਕਿ ਮੈਨੂੰ ਹੁਣ ਨਹੀਂ, ਕਈ ਪਿੰਡਾਂ ਦੇ ਵਿੱਚ ਨਹੀਂ ਮੈਨੂੰ ਯਾਦ ਰਹਿੰਦਾ ਹੈਗਾ, ਰਜਿਸਟਰ ਦੇ ਉੱਤੇ ਸਾਡੇ ਜਿਹੜੇ ਦਰਜ ਨੇ, ਲਿਖੇ ਹੋਏ ਨੇ। ਗੋਲਡੀ ਬਾਈ ਜੀ, ਗੱਲ ਇਹ ਆ ਕਿ ਸਵਾਲ ਕਈ ਹੋਰ ਵੀ ਸੀਗੇ ਜੀ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਬਣਦੇ ਸੀ ਜੀ, ਪਰ ਵਕਤ ਦੀ ਘਾਟ ਆ ਜਿਹੜੀ ਉਹ ਸਾਨੂੰ ਰੁਕਣ ਦਾ ਇਸ਼ਾਰਾ ਕਰ ਰਹੀ ਆ। ਜਾਂਦੇ ਜਾਂਦੇ ਜਿਹੜੇ ਸਾਡੇ ਦਰਸ਼ਕ ਆ ਜੀ, ਜਾਂ ਜਿਹੜੇ ਵੀ ਲੋਕ ਤੁਹਾਡੇ ਉੱਤੇ ਦੋਸ਼ ਲਾਉਂਦੇ ਆ ਜੀ, ਇਹ ਤੁਸੀਂ ਜਾਣਦੇ ਹੋ, ਕੋਈ ਹੋਰ ਨਹੀਂ ਜਾਣ ਸਕਦਾ ਵੀ ਉਹ ਦੋਸ਼ ਸਹੀ ਆ ਕਿ ਗਲਤ ਹੈਗੇ ਆ। ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬਿਲਕੁਲ, ਜਿਹੜੇ ਤਾਂ ਸਾਨੂੰ ਪਿਆਰ ਕਰਦੇ ਆ ਤੇ ਉਹਨਾਂ ਨੂੰ ਅੱਗੇ ਮੈਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਕਿ ਵਿਸ਼ਵਾਸ ਬਣਾਈ ਰੱਖੋ, ਸਾਡੇ ਤੇ ਵਿਸ਼ਵਾਸ ਰੱਖੋ, ਤੇ ਅਸੀਂ ਤੁਹਾਡਾ ਜਿਹੜਾ ਵਿਸ਼ਵਾਸ ਆ ਉਹ ਕਦੇ ਟੁੱਟਣ ਨਹੀਂ ਦਊਂਗਾ। ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਬਾਕੀ ਜਿਹੜੇ ਮਾੜਾ ਚੰਗਾ ਬੋਲਦੇ ਆ ਉਹਨਾਂ ਨੂੰ ਕੈਰੀ ਹੋਣਾ, ਤੁਸੀਂ ਆਪਣਾ ਜਿਹੜੇ ਜਿਵੇਂ ਕਹਿੰਦੇ ਨਾ ਕਿ ਬਿੱਛੂ ਆ ਜੀ, ਉਹਦੀ ਪਰਮਾਤਮਾ ਨੇ ਡਿਊਟੀ ਲਾਈ ਕੱਟਣ ਤੇ ਆ ਤੇ ਉਹ ਕੱਟਦਾ, ਠੀਕ ਹੈ ਨਾ। ਤੇ ਹੁਣ ਜਿਨ੍ਹਾਂ ਨੂੰ ਮਾੜਾ ਚੰਗਾ ਬੋਲਣ ਦੀ ਹੁਣ ਉਹਨਾਂ ਨੂੰ ਆਦਤ ਹੈ ਜਾਂ ਉਹਨਾਂ ਦੀ ਡਿਊਟੀ ਲੱਗੇ, ਉਹਨਾਂ ਨੇ ਬੋਲੀ ਜਾਣਾ, ਮੈਨੂੰ ਇਹ ਚੀਜ਼ ਨਾਲ ਕੋਈ ਫਰਕ ਨਹੀਂ। ਆਖਰੀ ਸਵਾਲ ਮੇਰਾ ਹੁਣ ਚੇਤੇ ਦੇ ਵਿੱਚ ਆ ਗਿਆ, ਤੁਸੀਂ ਟੈਲੀਫੋਨ ਨਹੀਂ ਚੱਕਦੇ ਜੀ, ਇਹ ਬੜੇ ਦੋਸ਼ ਲੱਗਦੇ ਆ ਜੀ ਬਈ ਹੁਣ ਇਹ VIP ਲੋਕ ਬਣ ਗਏ ਆ ਜੀ, ਇਹਨਾਂ ਦਾ ਫੋਨ ਬੰਦ ਹੀ ਰਹਿੰਦਾ ਜਾਂ ਵੱਜਦਾ ਹੀ ਰਹਿੰਦਾ, ਪਰ ਇਹ ਮਰਜ਼ੀ ਮੁਤਾਬਕ ਸੁਣਦੇ ਆ, ਰੌਲਾ ਕੀ ਆ? ਨਹੀਂ ਦੇਖੋ, ਮੈਂ ਇੱਥੇ ਸੰਗਤ ਨੂੰ ਦੱਸ ਦੇਣਾ ਚਾਹੁੰਦਾ, ਦੇਖੋ ਡਿਊਟੀ ਵੀ ਕਰਨੀ ਆ, ਸੇਵਾ ਵੀ ਕਰਨੀ ਆ, ਪਰਿਵਾਰ ਨੂੰ ਵੀ ਟਾਈਮ ਦੇਣਾ, ਇੰਨਾ ਕੁਛ ਮੈਂ ਜਿਹੜਾ ਇਕੱਲਾ ਬੰਦਾ ਨਹੀਂ ਕੁਛ ਕਰ ਸਕਦਾ ਇੱਦਾਂ, ਹੈ ਨਾ। ਦੇਖੋ ਫਿਰ ਇਹ ਕਹਿੰਦੇ ਆ ਕਿ ਕੋਈ ਬੰਦਾ ਜੇ ਮੈਂ ਕੋਈ ਬੰਦਾ ਵੀ ਰੱਖਦਾ ਤੇ ਉਹਨੂੰ ਭਾਜੀ ਮੈਂ ਪੈਸੇ ਕਿੱਥੋਂ ਦੇਣੇ ਆ, ਤਨਖਾਹ ਕਿੱਥੋਂ ਦਊਂਗਾ ਜੀ। ਸੇਵਾ ਦੇ ਵਿੱਚ ਤਾਂ ਅਸੀਂ ਤਾਂ ਕਦੇ ਤੇਲ ਨਹੀਂ ਪਾਉਂਦੇ ਸੇਵਾ ਦੇ ਵਿੱਚੋਂ, ਤੇ ਮੈਂ ਉਹਨੂੰ ਉਹ ਕਿੱਦਾਂ ਦੇ ਦੂੰਗਾ, ਠੀਕ ਹੈ ਨਾ, ਬੰਦੇ ਨੂੰ ਪੈਸੇ ਕਿੱਦਾਂ ਦੇ ਦੂੰਗਾ। ਬਾਕੀ ਮੈਂ ਇੱਥੇ ਬੇਨਤੀ ਮੈਂ ਵੀਡੀਓ ਦੇ ਵਿੱਚ ਵੀ ਕਰਦਾ ਹੁੰਦਾ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤੇ WhatsApp ਦੇ ਉੱਤੇ, ਜਿਵੇਂ ਕਿਸੇ ਨੂੰ ਲੋੜ ਆ ਕਿ ਭਾਜੀ ਮੈਨੂੰ ਇੱਥੇ ਸਾਡੇ ਪਿੰਡ ਦੇ ਵਿੱਚ, ਤਾਂ ਉਹ ਪਿੰਡ ਦੇ ਨਾਂ, ਜ਼ਿਲ੍ਹਾ ਤੇ ਕਿੱਥੇ ਸਥਾਨ ਆ, ਪ੍ਰੋਪਰ ਤਰੀਕੇ ਨਾਲ ਵੀਡੀਓ ਬਣਾ ਕੇ ਤੇ ਸਾਨੂੰ WhatsApp ਦੇ ਉੱਤੇ ਜਿਹੜੀ ਉਹ ਤੁਸੀਂ ਸੈਂਡ ਕਰਦੇ ਹੋ, ਕਿਉਂਕਿ WhatsApp ਦੇ ਉੱਤੇ ਜਿਹੜੇ ਮੈਸੇਜ ਅਸੀਂ ਰੀਡ ਕਰਦੇ ਹਾਂ ਤੇ ਜਿਹੜੀ ਕਾਲ ਵਗੈਰਾ ਵੀ ਜਿਹਨੇ ਜ਼ਿਆਦਾ ਕਰਨੀ ਹੁੰਦੀ ਉਹ ਤਾਂ WhatsApp ਤੇ ਸਾਨੂੰ ਜਿਹੜਾ ਕਾਲ ਵਗੈਰਾ ਕਰ ਲੈਂਦਾ ਜੀ। ਸੋ ਹੁਣ ਟੈਣਾ ਸਾਹਿਬ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਸਮੇਟੀਏ ਜੀ। ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਤੇ ਫਿਰ ਤੁਹਾਨੂੰ ਜ਼ਰੂਰ ਸੱਦਾ ਭੇਜਾਂਗੇ ਤੇ ਆਪਾਂ ਬੈਠ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ। ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਤਿੰਨਾਂ ਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਮਨ ਥਿੰਦ ਤੇ ਅੱਜ ਤੁਹਾਡੇ ਸਾਰਿਆਂ ਦੇ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਨ ਲਈ ਆਈ ਹਾਂ। ਆਪਣੇ ਪਰਿਵਾਰ ਦੇ ਜੀ 10 ਲੱਖ ਹੋ ਗਏ ਨੇ, ਯਾਨੀ ਕਿ ਪ੍ਰਾਈਮ ਏਸ਼ੀਆ TV ਦੇ ਸਬਸਕ੍ਰਾਈਬਰਸ 1 ਮਿਲੀਅਨ ਹੋ ਗਏ ਨੇ YouTube ਤੇ ਇਹਦੇ ਪਿੱਛੇ ਸਿਰਫ ਤੇ ਸਿਰਫ ਤੁਹਾਡਾ ਪਿਆਰ ਹੀ ਇੱਕ ਕਾਰਨ ਹੈ। ਤੁਸੀਂ ਪ੍ਰਾਈਮ ਏਸ਼ੀਆ TV ਨੂੰ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ ਤੇ ਅਸੀਂ ਵੀ ਸਾਰਿਆਂ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਹੱਕ ਦੇ ਨਾਲ, ਸੱਚ ਦੇ ਨਾਲ ਖੜੀਏ ਤੇ ਤੁਸੀਂ ਵੀ ਸਾਨੂੰ ਕਦੇ ਡਿੱਗਣ ਨਹੀਂ ਦਿੱਤਾ, ਕਦੇ ਡੋਲਣ ਨਹੀਂ ਦਿੱਤਾ। ਇਹ ਸਫ਼ਰ ਹੋਰ ਬਹੁਤ ਲੰਮਾ ਹੋਏ, ਆਪਣਾ ਪਿਆਰ ਹੋਰ ਬਹੁਤ ਡੂੰਘਾ ਹੋਏ, ਇਸ ਚੀਜ਼ ਦੀ ਮੈਂ ਆਸ ਕਰਦੀ ਹਾਂ। ਸੋ ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।